ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਸਭ ਤੋਂ ਵੱਡੀ ਖਬਰ, ਕੱਲ ਵੀ ਆਪਾਂ ਇਹਦੇ ਉੱਤੇ ਚਰਚਾ ਕੀਤੀ ਸੀ ਕਿ ਰਾਘਵ ਚੱਡਾ ਨੂੰ ਚੇਅਰਮੈਨ ਲਾ ਦਿੱਤਾ ਗਿਆ, ਪਰ ਇਸ ਫੈਸਲੇ ਨੂੰ, ਸਰਕਾਰ ਦੇ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ। ਉਹੀ ਗੱਲ ਜਿਹੜੀ ਆਪਾਂ ਕਹਿੰਦੇ ਸੀ ਕਿ ਸਰਕਾਰ ਕਿਸ ਢੰਗ ਦੇ ਨਾਲ ਬਾਹਰਲਿਆਂ ਨੂੰ ਲਿਆ ਕੇ ਇੱਥੇ ਚੇਅਰਮੈਨ ਨਿਯੁਕਤ ਕਰਨਾ ਜਾਂ ਸਲਾਹਕਾਰਾਂ ਦੀ ਲੋੜ ਕਿਉਂ ਹੈ ਸਰਕਾਰ ਨੂੰ, ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਸਾਨੂੰ ਤਾਂ ਕੱਲੇ ਕੱਲੇ ਦਰਦ ਦਾ ਪਤਾ। ਸ਼ੁਰੂਆਤ ਇੱਥੋਂ ਕਰੀਏ। ਜਗਮੋਹਨ ਭੱਟੀ ਆਪਾਂ ਜਾਣਦੇ ਆ, ਐਡਵੋਕੇਟ ਆ। ਉਹ ਬਹੁਤ ਸਾਰੇ ਟੀਵੀ ਪ੍ਰੋਗਰਾਮਾਂ 'ਚ ਆਪਣੀ ਐਡਵੋਕੇਸੀ ਪਬਲਿਕ ਓਪੀਨੀਅਨ ਤੇ ਔਰ ਪਬਲਿਕ ਹਿੱਤ ਦੇ ਵਿੱਚ ਕਰਦੇ ਰਹਿੰਦੇ ਆ। ਉਹ ਇੱਕ ਕਮਿਟਡ, ਤੁਸੀਂ ਕਹਿ ਲਓ ਕਿ ਲੀਗਲ ਐਕਟਿਵਿਸਟ ਹੈਗੇ। ਤੁਹਾਨੂੰ ਯਾਦ ਹੋਣਾ, ਮੈਂ ਇਸ ਕਰਕੇ ਉਹਨਾਂ ਬਾਰੇ ਦੱਸ ਰਿਹਾ ਕਿ ਆਪਾਂ ਨੂੰ ਅੱਜ ਵਾਲੀ ਗੱਲ ਦਾ ਇੱਕ ਪ੍ਰਪੇਖ ਦਾ ਬੈਕਗਰਾਉਂਡ ਦਾ ਪਤਾ ਲੱਗ ਜੇ। ਇਹ ਉਹੋ ਹੀ ਇਨਸਾਨ ਹੈ, ਸ਼ਖਸੀਅਤ ਆ, ਜਿਨ੍ਹਾਂ ਨੇ ਜਦੋਂ ਅਕਾਲੀ ਦਲ ਦੀ ਗੌਰਮੈਂਟ ਵੇਲੇ ਬੜੇ ਵੱਡੇ ਗਿਣਤੀ ਦੇ ਵਿੱਚ ਪਾਰਲੀਮੈਂਟਰੀ ਸੈਕਟਰੀ ਖੜੇ ਕਰਤੇ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਇਹ ਕੀ ਹੈ, ਇਹ ਬੈਕਡੋਰ ਐਂਟਰੀ ਹੈਗੀ ਲੋਕਾਂ ਨੂੰ ਐਡਜਸਟ ਕਰਨ ਦੀ, ਜਿਨ੍ਹਾਂ ਨੂੰ ਨਹੀਂ ਮਿਨਿਸਟਰੀਆਂ ਮਿਲੀਆਂ, ਹੋਰ ਜੇ ਮਿਨਿਸਟਰੀ ਘਟ ਗਈ ਹੈ ਤੇ ਹੁਣ ਤੁਸੀਂ ਪਾਰਲੀਮੈਂਟਰੀ ਸੈਕਟਰੀ ਲਾ ਕੇ ਸਾਰੀਆਂ ਸਰਕਾਰੀ ਸਹੂਲਤਾਂ, ਬਿਲਡਿੰਗਾਂ, ਸਾਰਾ ਕੁਝ ਦੇ ਰਹੇ ਆ। ਔਰ ਉਹ ਦੱਸੋ ਕਰਦੇ ਕੀ ਹੈ। ਉਹ ਫਿਰ ਸਰਕਾਰ ਨੇ ਉਸ ਗੱਲ ਦਾ ਫਿਰ ਵਾਪਸ ਲੈਣਾ ਪਿਆ ਸੀਗਾ। ਉਹ ਗੱਲਾਂ ਬੰਦ ਹੋਈਆਂ, ਇਹ ਚੋਰ ਮੋਰੀ। ਹੁਣ ਇਹਨਾਂ ਨੇ ਅੱਜ ਇੱਕ ਰਿਟ ਪਾਈ ਆ, ਉਹਦੀ ਗਰਾਊਂਡ ਮੈਨੂੰ ਬੜੀ ਸੋਲਿਡ ਲੱਗਦੀ। ਉਹਨਾਂ ਦਾ ਕਹਿਣਾ ਇਹ ਹੈ ਕਿ ਦੇਖੋ, ਰਾਘਵ ਚੱਡਾ ਉਹਨਾਂ ਦੇ ਆਪਣੇ ਹੀ ਰਾਜ ਸਭਾ ਮੈਂਬਰ ਹੈਗੇ ਆ। ਜਦ ਰਾਜ ਸਭਾ ਮੈਂਬਰ ਹੈਗੇ ਆ ਤਾਂ ਫਿਰ ਨੰਬਰ 1 ਉਹ ਪਾਰਟੀ ਦੇ ਵਿੱਚ ਵੀ ਹੈਗੇ, ਰਾਜ ਸਭਾ ਮੈਂਬਰ ਵੀ ਹੈਗੇ। ਇੱਕ ਪ੍ਰੋਪਰ ਫੋਰਮ ਤੇ ਕਦੀ ਵੀ ਸਰਕਾਰ ਨੂੰ ਐਜ਼ ਰਾਜ ਸਭਾ ਮੈਂਬਰ ਆਫ ਦਾ ਪਾਰਟੀ ਐਡਵਾਈਜ਼ ਜਦੋਂ ਮਰਜ਼ੀ ਕਰਨ, ਕੋਈ ਫੋਨ ਤੇ ਕਰਨ, ਆ ਕੇ ਕਰਨ, ਮਿਲ ਕੇ ਕਰਨ। ਭਗਵੰਤ ਮਾਨ ਉਹਨਾਂ ਕੋਲ ਚਲੇ ਜੇ। ਉਹ ਕਿਹੜਾ ਇੰਟਰਨੈਸ਼ਨਲ ਏਜੰਸੀਆਂ ਦੇ ਵਿੱਚ ਕੰਮ ਕਰਦਾ ਰਿਹਾ ਚੱਡਾ, ਮੈਨੂੰ ਦੱਸਿਓ ਤਾਂ। ਕਿੰਨੀ ਕੁ ਪੋਲਿਟਿਕਸ ਕੀਤੀ ਆ। ਕੱਲ ਦਾ ਜੇ ਬੱਚਾ ਹੈਗਾ ਆ, ਤੁਹਾਨੂੰ ਉਹ ਹੁਣ ਸਰਕਾਰ ਨੂੰ ਐਡਵਾਈਜ਼ ਕਰੂ। ਭਗਵੰਤ ਮਾਨ ਨੂੰ ਸ਼ਰਮ ਨਹੀਂ ਆਉਂਦੀ? ਡੁੱਬ ਮਰੇ। ਉਹ ਇਹਨੂੰ ਐਡਵਾਈਜ਼ ਕਰੂਗਾ ਹੁਣ, ਤੇ ਉਹਨੂੰ ਚੀਫ ਮਿਨਿਸਟਰ ਬਣਾ ਦਿਓ ਨਾ। ਕਿਉਂ ਨਹੀਂ ਤੁਸੀਂ ਬਣਾਉਂਦੇ ਹੈਗੇ? ਕੇਜਰੀਵਾਲ ਨੂੰ ਬਣਾ ਦਿਓ, ਜਿਹੜਾ ਉਹਨੂੰ ਬਾਰ-ਬਾਰ ਇੱਥੇ ਭੇਜਦਾ ਹੈਗਾ। ਇਹ ਗੱਲਾਂ ਬੜੀਆਂ ਪੰਜਾਬੀਆਂ ਲਈ ਦੁਖਦਾਈ ਗੱਲਾਂ ਆ। ਇਹ ਬੜੇ ਗਾਣੇ ਗਾਉਂਦਾ ਸੀਗਾ, ਤੇਰੇ ਵੀਰ ਨੂੰ ਦਬਾਉਣ ਨੂੰ ਫਿਰਦੇ ਤੇ ਯਾਰ ਤੇਰਾ ਦੱਬਦਾ ਨਹੀਂ। ਯਾਰ ਦੱਬੀ ਜਾਂਦਾ, ਬਿਲਕੁਲ ਹੀ ਦੱਬ ਗਿਆ ਆ। ਉਹ ਤੇ ਪੈਰੀ ਪੈ ਗਿਆ ਆ। ਇਹਨੂੰ ਸਮਝ ਨਹੀਂ ਪੈਂਦੀ ਹੈ। ਲੋਕਾਂ ਨੇ ਵੋਟਾਂ ਭਗਵੰਤ ਮਾਨ ਤੁਹਾਨੂੰ, ਤੁਹਾਡੀ ਟੀਮ ਨੂੰ ਪਾਈਆਂ, ਕੇਜਰੀਵਾਲ ਨੂੰ ਤੇ ਰਾਘਵ ਚੱਡੇ ਨੂੰ ਨਹੀਂ ਪਾਈਆਂ। ਉਹਨਾਂ ਨੂੰ ਸਿਰ ਤੇ ਕਿਉਂ ਚੜਾਈ ਜਾਂਦੇ ਆ? ਇਸ ਕਰਕੇ ਇਸੇ ਹੀ ਦੁੱਖ ਚੋਂ ਤੇ ਜਿਹੜੀ ਇਲੀਗੈਲਿਟੀ ਆ, ਜਿਹੜੀ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੂੰ ਇੱਥੇ ਰੱਖਿਆ ਗਿਆ, ਉਹਦੇ ਚ ਉਹਨਾਂ ਨੇ 2-3 ਗੱਲਾਂ ਛਾਪੀਆਂ। ਵੈਸੇ ਤੇ 26 ਪੁਆਇੰਟ ਆ ਉਹਨਾਂ ਦੇ ਜਿਹੜੇ ਉੱਥੇ ਕੋਰਟ 'ਚ ਦਿੱਤੇ ਆ। ਇੱਕ ਗੱਲ ਉਹਨਾਂ ਨੇ ਕਹੀ ਆ ਕਿ ਜਿਹੜਾ ਜੰਜੂਆ ਨੇ, ਚੀਫ ਸੈਕਟਰੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਂ ਚਿੱਠੀ ਜਾਰੀ ਕੀਤੀ, ਨਾ ਉਹ ਚਿੱਠੀ ਆ, ਨਾ ਸਰਕੂਲਰ ਆ, ਨਾ ਨੋਟੀਫਿਕੇਸ਼ਨ ਹੈ। ਉਹ ਚੀਫ ਸੈਕਟਰੀ ਆ, ਉਹਨੂੰ ਪਤਾ ਨਹੀਂ ਕਿ ਵੀ ਕੋਈ ਇਹੋ ਜਿਹੀ ਗੱਲ ਜਦੋਂ ਨੋਟੀਫਾਈ ਕੀਤੀ ਜਾਂਦੀ ਹੈ, ਉਹਦੀ ਇੱਕ ਲੈਂਗੁਏਜ ਆ, ਉਹਦਾ ਇੱਕ ਸਟਰਕਚਰ ਹੈਗਾ, ਢਾਂਚਾ ਹੈਗਾ। ਉਹ ਕੁਝ ਵੀ ਨਹੀਂ ਹੈ। ਪਹਿਲੀ ਗੱਲ ਤੇ ਉਹਨੇ ਇਹੀ ਮਾਰੀ। ਫਿਰ ਇਸ ਦੇ ਆਧਾਰ ਤੇ ਉਹਨਾਂ ਨੇ ਸਾਰਿਆਂ ਨੂੰ, ਵਿੱਚੇ ਕੇਜਰੀਵਾਲ ਨੂੰ ਚਿੱਠੀ ਕੱਢੀ ਆ, ਵਿੱਚੇ ਭਗਵੰਤ ਮਾਨ ਨੂੰ ਕੱਢੀ ਆ, ਵਿੱਚੇ ਜੰਜੂਆ ਨੂੰ ਕੱਢੀ ਆ, ਵਿੱਚੇ ਹੀ ਰਾਘਵ ਚੱਡਾ ਨੂੰ ਨੋਟੀਫਿਕੇਸ਼ਨ ਕੀਤੀ ਹੈ। ਕੋਰਟ ਦੇ ਰਾਹੀਂ ਉਹਨਾਂ ਨੂੰ ਪਾਰਟੀ ਬਣਾਇਆ ਇਸ ਦੇ ਵਿੱਚ ਵੀ ਇਹ ਕੀ ਹੋ ਰਿਹਾ। ਦੂਸਰਾ, ਇਹ ਐਡਵਾਈਜ਼ਰੀ ਕਮੇਟੀ ਜਿਹੜੀ ਬਣਾਈ, ਸਲਾਹਕਾਰ ਕਮੇਟੀ, ਵੈਸੇ ਹੀ ਬਣ ਹੀ ਨਹੀਂ ਸਕਦੀ, ਇਲੀਗਲ ਆ। ਉਹਨਾਂ ਨੇ ਕਿਹਾ ਕਿ ਕੋਈ ਕਾਨੂੰਨ ਦੇ ਵਿੱਚ ਪ੍ਰਾਵਧਾਨ ਨਹੀਂ। ਹੁਣ ਜਿਸ ਤਰ੍ਹਾਂ MOU ਪਹਿਲਾਂ ਬਣਾ ਲਿਆ, ਪਹਿਲਾਂ ਤੇ ਸਿੱਧਾ ਹੀ ਬੁਲਾ ਲਿਆ ਵੀ ਜਿਵੇਂ ਕਿਤੇ ਕੇਜਰੀਵਾਲ ਦੀ ਪੰਜਾਬ 'ਚ ਸਰਕਾਰ ਬਣ ਗਈ ਹੋਵੇ। ਜੇ ਇੰਨਾ ਚਾਅ ਚੜਿਆ ਤੇ ਆ ਜਾ ਭਾਈ, ਆ ਕੇ ਦੇਖ ਲੈ ਕੀ ਭਾਅ ਵਿਕਦੀ ਆ। ਜੇ 7 ਦਿਨਾਂ 'ਚ ਨਾ ਅੱਡ ਮੂਲੀਆਂ ਅੱਡ ਪੱਤ ਕਰ ਦੇਣਗੇ ਪੰਜਾਬ ਦੇ ਲੋਕ, ਤੂੰ ਉੱਥੋਂ ਜੋ ਬੈਠਾ ਤੀਰ ਕੇਜਰੀਵਾਲ ਚਲਾਈ ਜਾਂਦਾ, ਕਦੀ ਰਾਘਵ ਨੂੰ ਭੇਜਦਾ, ਕਦੀ A ਨੂੰ, B ਨੂੰ, C ਨੂੰ। ਕੰਮ ਹੀ ਨਹੀਂ ਕਰਨ ਦਿੰਦਾ ਇਹਨਾਂ ਮੁੰਡਿਆਂ ਨੂੰ। ਹੁਣ ਉੱਥੇ ਉਹਨੂੰ ਬਿਠਾਤਾ ਲਿਆ ਕੇ ਸੂਬੇਦਾਰ। ਅਸੀਂ ਗਵਰਨਰ ਕਹਿੰਦੇ ਹਾਂ, ਬਹੁਤੇ ਲੋਕ ਕਹਿੰਦੇ ਸੂਬੇਦਾਰ ਬਿਠਾਇਆ। ਸੂਬਾ ਕਰ ਲਾਉਂਦੇ ਸੀਗੇ ਜਿਹੜੇ ਫਿਊਡਲ ਸਿਸਟਮ ਦੇ ਵਿੱਚ। ਉਸ ਨੇ ਇਹ ਸਾਫ਼ ਕਰਤਾ ਕਿ ਗਵਰਨਰ ਦੀ ਐਡਵਾਈਜ਼ਰੀਆਂ ਕਮੇਟੀਆਂ ਹੁੰਦੀਆਂ, ਸਰਕਾਰ ਦੀਆਂ ਨਹੀਂ ਹੁੰਦੀਆਂ। ਇਹ ਤੇ ਸਰਕਾਰ ਲਈ ਵੈਸੇ ਡੁੱਬ ਮਰਨ ਵਾਲੀ ਗੱਲ ਆ।
ਸਰਕਾਰ ਲਈ ਤੋਹੀਨ ਵਾਲੀ ਗੱਲ ਹੈ ਵੀ ਸਰਕਾਰ ਹੋਵੇ, ਲੋਕਾਂ ਨੇ ਬਣਾਈ ਹੋਵੇ, ਉਹਨਾਂ ਲੋਕਾਂ ਦੀ ਵੀ ਪੰਜਾਬੀਆਂ ਦੀ ਬੇਇੱਜ਼ਤੀ ਹੈ ਜਿਨ੍ਹਾਂ ਨੇ ਵੋਟਾਂ ਪਾ ਕੇ ਬਣਾਇਆ। ਤੁਸੀਂ ਉਹਨਾਂ ਨੂੰ ਸ਼ਰਮਿੰਦਿਆਂ ਕਰ ਰਹੇ ਆ। ਜਿਨ੍ਹਾਂ ਨੇ ਇੰਨੀਆਂ ਵੋਟਾਂ ਤੁਹਾਨੂੰ 42% ਪਾਈਆਂ, ਉਹ ਹੈਸ ਕੰਮ ਲਈ ਬਣਾਈਆਂ ਕਿ ਤੁਸੀਂ ਮੂਰਖ ਆ, ਤੁਹਾਨੂੰ ਅਕਲ ਨਹੀਂ, ਤੁਹਾਨੂੰ ਗਵਰਨੈਂਸ ਨਹੀਂ ਆਉਂਦੀ, ਇਸ ਕਰਕੇ ਤੁਹਾਨੂੰ ਕੇਜਰੀਵਾਲ ਤੇ ਚੱਡਾ ਬੈਠ ਕੇ ਤੁਹਾਡੇ ਸਿਰ ਤੇ ਤੁਹਾਨੂੰ ਡੰਡੇ ਨਾਲ ਸਿਖਾਊਗਾ ਵੀ ਆਹ ਕੰਮ ਇੰਜ ਕਰਨਾ, ਅੱਜ ਆਹ ਕੰਮ ਇੰਜ ਕਰਨਾ। ਕਿੱਡੀ ਮਾੜੀ ਗੱਲ ਹੈ। ਇਹ ਸਮਝਦੇ ਕਿਉਂ ਨਹੀਂ? ਸਾਨੂੰ ਇੰਨੇ ਦਿਨ ਹੋ ਗਏ, ਅਸੀਂ ਹੌਲੀ ਹੌਲੀ ਕਹਿੰਦੇ ਸੀਗੇ, ਹੁਣ ਸਾਨੂੰ ਜ਼ੋਰ ਦੇ ਕੇ ਕਹਿਣਾ ਪਊਗਾ। ਇਹ ਵਾਪਸ ਜਾਣਾ ਚਾਹੀਦਾ ਫੈਸਲਾ, ਜਿਵੇਂ ਬਾਕੀ ਫੈਸਲੇ ਵਾਪਸ ਹੋ ਰਹੇ ਆ। ਇਹਨੂੰ ਡਿਸੋਲਵ ਕਰੇ ਭਗਵੰਤ ਮਾਨ, ਕੈਬਨਿਟ ਦੀ ਮੀਟਿੰਗ ਕਰੇ ਔਰ ਇਸ ਕਮੇਟੀ ਨੂੰ ਡਿਸੋਲਵ ਕਰੇ। ਕੋਈ ਲੋੜ ਨਹੀਂ ਹੈ, ਇਲੀਗਲ ਹੈਗੀ ਆ। ਫਿਰ ਮਾਰ ਖਾ ਕੇ ਕਰੂਗਾ। ਫਿਰ ਆਪਣਾ ਕੋਰਟ ਵੱਲੋਂ ਜਿਵੇਂ ਪਾਰਲੀਮੈਂਟਰੀ ਸੈਕਟਰੀ ਦਾ ਨੋਟਿਸ ਆਇਆ ਸੀ, ਫਿਰ ਮੂੰਹ ਦੀ ਖਾਣੀ ਪਊਗੀ। ਇਹ ਪਹਿਲਾਂ ਹੀ ਸਮਝ ਜਾਓ, ਕੋਈ ਲੋੜ ਨਹੀਂ ਐਡਵਾਈਸ ਦੇਣੀ ਹੈ ਤੇ ਦੇਣ। ਤੀਜੀ ਗੱਲ, ਜਦੋਂ ਹੈ ਹੀ ਇਲੀਗਲ ਤੇ ਉਹ ਇਹ ਸਟੈਂਡ ਹੀ ਨਹੀਂ ਕਰਨੀ ਹੈਗੀ, ਗੈਰ ਕਾਨੂੰਨੀ ਆ, ਧੱਕੇ ਨਾ ਬਣਾਈ, ਫਿਰ ਉਹਨਾਂ ਨੂੰ ਸੁੱਖ ਸਹੂਲਤਾਂ ਉਹ ਲੈ ਨਹੀਂ ਸਕਦਾ। ਉਹ MP ਹੈ, ਉਹ ਕਹਿੰਦੇ ਜੀ ਅਸੀਂ ਪੈਸਾ ਕੋਈ ਨਹੀਂ ਲਵਾਂਗੇ। ਇਹ ਵੀ ਕਹਤਾ ਜੀ ਇਹ ਟੈਂਪਰੇਰੀ ਆ। ਲੀਗਲ ਚੀਜ਼ਾਂ ਨੂੰ ਕੇਜਰੀਵਾਲ ਦਾ ਇੰਨਾ ਦਿਮਾਗ ਤੇ ਬਹੁਤ ਤੇਜ਼ ਆ ਵੀ ਕਾਨੂੰਨਨ ਤੌਰ ਤੇ ਉੱਥੇ ਐਡਵਾਈਸ ਲੈ ਲਈ ਹੋਣੀ ਆ ਵੀ ਇਹੋ ਜਿਹਾ, ਇਹਨੂੰ ਕਹਿ ਦਿਓ ਜੀ ਇਹ ਵਕਤੀ ਆ, ਮਾੜੀ ਜੀ ਆ, ਐਵੇਂ ਕਦੀ ਐਡਵਾਈਸ ਕਰਿਆ ਕਰਨਾ, ਤੇ ਪੈਸਾ ਕੋਈ ਨਹੀਂ ਲੈਣਾ, ਘਰੋਂ ਪਰੌਂਠੇ ਬੰਨ ਕੇ ਵਿੱਚ ਅਚਾਰ ਰੱਖ ਕੇ ਆਪਣੇ ਲੈ ਕੇ ਜਾਇਆ ਕਰਨਗੇ। ਇਹ ਕੰਮ ਕਹਿ, ਇਹ ਲੋਕਾਂ ਨੂੰ ਬੇਵਕੂਫ ਬਣਾਉਣ ਦੀਆਂ ਸਕੀਮਾਂ ਦੱਸ। ਇੱਥੇ ਘਰ ਨਹੀਂ ਲਊਗਾ, ਸਰਕਾਰੀ ਕੋਠੀ ਨਹੀਂ ਲਊਗਾ, ਸਰਕਾਰੀ ਉਹਨੇ ਸਾਡੇ ਪੁਲਿਸ ਦੀ ਸਿਕਿਉਰਿਟੀ ਨਹੀਂ ਲਈ ਹੋਈ, ਉਹ ਕਿਤੇ ਕੌਣ ਪੇ ਕਰਦਾ? ਉਹਨੂੰ ਪੰਜਾਬ ਸਰਕਾਰ ਕਰਦੀ ਆ। ਇਹਨੂੰ ਵਾਪਸ ਭੇਜੋ ਇੱਥੋਂ। ਸਾਡੀ ਮੰਗ ਇਹ ਆ ਕਿ ਚੱਡਾ ਵਾਪਸ ਦਿੱਲੀ ਜਾਵੇ ਔਰ ਇਹਨਾਂ ਨੂੰ ਕੰਮ ਕਰਨ ਦੇਵੇ। ਕੋਈ ਲੋੜ ਨਹੀਂ ਇਹਨਾਂ ਐਡਵਾਈਜ਼ਰਾਂ ਦੀ। ਇਹ ਇਸੇ ਤਰੀਕੇ ਨਾਲ ਤੁਹਾਨੂੰ ਪਤਾ ਕੈਪਟਨ ਨੇ ਲਾਇਆ ਸੀ, PK ਨੂੰ ਲਾਇਆ ਸੀ ਆਪਣਾ ਐਡਵਾਈਜ਼ਰ। ਹਾਂ, ਕਿੰਨਾ ਰੌਲਾ ਪਿਆ ਸੀ, PK ਛੱਡ ਕੇ ਭੱਜਿਆ ਕਿ ਨਹੀਂ? ਹੁਣ ਜੇ ਇਹਨਾਂ ਨੇ ਓਏ ਤੋਏ ਕਰਵਾਉਣੀ ਇਹੋ ਜਿਹੀ, ਪਹਿਲਾਂ ਤਾਂ ਤੁਸੀਂ ਪੁੱਠੇ ਕੰਮ ਕਰਦੇ ਆ, ਫਿਰ ਅਸੀਂ ਰੌਲਾ ਪਾਉਂਦੇ ਆ ਪੰਜਾਬ ਦੇ ਹਿੱਤ ਵਿੱਚ। ਸਾਨੂੰ ਦੁੱਖ ਹੁੰਦਾ ਇਸ ਗੱਲ ਦਾ। ਸਾਨੂੰ ਕੋਈ ਨਿੱਜੀ ਤੌਰ ਤੇ ਭਗਵੰਤ ਮਾਨ ਦੀ ਸਰਕਾਰ ਨਾਲ ਕੁਝ ਵੀ ਨਹੀਂ ਹੈ। ਯੰਗ ਲੋਕ ਆ, ਨਵੇਂ ਮੁੰਡੇ ਬਹੁਤੇ ਉਹਨਾਂ ਚ ਆਏ ਆ, ਕੁੜੀਆਂ ਮੁੰਡੇ ਸਾਰੇ ਸਾਡੇ ਬੱਚੇ ਆਪਣੇ, ਉਹਨਾਂ ਨੂੰ ਕੰਮ ਕਰ ਦਿਓ, ਉਹਨਾਂ ਨੂੰ ਆਪ ਸਿੱਖਣ ਦਿਓ ਕੀ ਹੈਗਾ। ਬਥੇਰੀਆਂ ਪੰਚਾਇਤਾਂ, ਬਥੇਰੇ ਲੋਕ 100 ਵਾਰੀ ਕਹਿਤਾ ਕਿ ਪੰਜਾਬ ਚ ਐਡਵਾਈਜ਼ਰ ਨਹੀਂ ਹੈਗੇ। ਜਿਹਦੀ ਮਰਜ਼ੀ ਨਾਲ ਮੀਟਿੰਗ ਕਰੋ, ਤੁਹਾਡੇ ਕੋਲ ਮੈਡੀਕਲ ਐਸੋਸੀਏਸ਼ਨ ਹੈਗੀਆਂ, ਤੁਹਾਡੇ ਕੋਲ ਟੀਚਰ ਯੂਨੀਅਨਾਂ ਹੈਗੀਆਂ, ਤੁਹਾਡੇ ਕੋਲ ਇੱਥੇ ਫਾਈਨੈਂਸ਼ੀਅਲ ਐਕਸਪਰਟ ਹੈਗੇ, ਮੈਂ ਕੱਲੇ ਦਾ ਨਾਂ ਨਹੀਂ ਲਊਂਗਾ। ਕਿਹੜੀ ਚੀਜ਼ ਦੀ ਕਮੀ ਹੈ ਤੁਹਾਨੂੰ? ਤੁਸੀਂ ਜਾ ਕੇ ਆਪਣੀ ਬੇਇੱਜ਼ਤੀ ਕਰਾਉਂਦੇ ਆ ਪੰਜਾਬ ਦੀ ਬਾਰ-ਬਾਰ। ਫਿਰ ਰਾਘਵ ਚੱਡਾ ਆ ਗਿਆ ਤੇ ਹੁਣ ਉਹ ਤੁਹਾਨੂੰ ਐਡਵਾਈਸ ਕਰੂ, ਉਹਨੂੰ ਬਿਠਾ ਲਓ, ਸਿਰ ਤੇ ਬਿਠਾ ਲਓ। ਇਹ ਕੰਮ ਨਹੀਂ ਚੱਲਣਾ। ਭਗਵੰਤ ਮਾਨ ਨੂੰ ਅਸੀਂ ਇਹ ਗੱਲ ਦਾ ਦੱਸਣਾ ਚਾਹੁੰਦੇ ਆ ਬੜੇ ਪਿਆਰ ਨਾਲ, ਬੜੇ ਤਹੱਮਲ ਦੇ ਨਾਲ, ਕਿ ਵੀਰ ਤੈਨੂੰ ਦਬਾ ਲਿਆ ਅਗਲਿਆਂ ਨੇ, ਛੁੱਟ ਜਾ। ਤੂੰ ਜਿਹੜਾ ਗਾਣੇ ਗਾਉਂਦਾ ਫਿਰਦਾ ਸੀ ਨਾ ਕਿ ਤੈਨੂੰ ਦਬਾਉਣ ਨੂੰ ਫਿਰਦੇ, ਤੂੰ ਦੱਬਦਾ ਨਹੀਂ, ਤੂੰ ਦੱਬ ਗਿਆ ਹੁਣ। ਤੇ ਜੇ ਚੀਫ ਮਿਨਿਸਟਰ ਰਹਿਣਾ, ਅੱਜ ਫਿਰ ਮੈਂ ਕਹਿ ਦਿਆਂ, ਕੱਲ ਵੀ ਕਿਹਾ ਸੀ, ਤੇ ਤੂੰ ਖੜਾ ਹੋ ਜਾ, ਨਹੀਂ ਤੇ ਤੈਨੂੰ ਉਹਨਾਂ ਨੇ ਕੱਢ ਦੇਣਾ, ਲਾ ਦੇਣਾ। ਬਿਲਕੁਲ, ਕਿਉਂਕਿ ਤੂੰ ਖੜਾ ਨਹੀਂ ਹੋ ਰਿਹਾ। ਉਹਨਾਂ ਨੂੰ ਪਤਾ, ਫਿਰ ਤੂੰ ਰੋਕ ਨਹੀਂ ਸਕਣਾ ਕਿਉਂਕਿ ਤੂੰ ਪਹਿਲਾਂ ਹੀ ਡਿੱਗ ਪਿਆ। ਤੇ ਜੇ ਤੂੰ ਦਹਾੜ ਮਾਰੇਗਾ, ਪੰਜਾਬੀ ਤੇਰੇ ਨਾਲ ਹੋਣਗੇ, ਵੋਟਰ ਤੇਰੇ ਨਾਲ ਹੋਣਗੇ, MLA ਤੇਰੇ ਨਾਲ ਹੋਣਗੇ। ਇਹ ਸੱਤਾ 2 ਜਗ੍ਹਾ ਤੋਂ ਨਹੀਂ ਚੱਲਦੀ, 3 ਜਗ੍ਹਾ ਤੋਂ, ਇੱਕੋ ਜਗ੍ਹਾ ਤੋਂ ਚੱਲਣੀ ਆ। ਉਹ ਗੱਲ ਨੂੰ ਸਮਝਦਾ ਕਿਉਂ ਨਹੀਂ? ਮੈਨੂੰ ਇੰਨੀ ਨਹੀਂ ਗੱਲ ਸਮਝ ਆਉਂਦੀ। ਕਿਹੜੀ ਏਡੀ ਕਮਜ਼ੋਰੀ ਆ? ਜੇ ਕੋਈ ਮਾੜੀ ਮੋਟੀ ਕਮਜ਼ੋਰੀ ਹੋ ਤੇ ਚੰਦ 'ਚ ਵੀ ਕਾਲਾ ਦਾਗ ਆ, ਤੇਰੇ 'ਚ ਵੀ ਹੋਊ, ਸਾਨੂੰ ਕੋਈ ਪਰਵਾਹ ਨਹੀਂ ਹੈ। ਉਹ ਤੇ ਚੰਦ ਇੰਨਾ ਸੋਹਣਾ, ਇੰਨੀਆਂ ਤਾਰੀਫਾਂ ਕਰਦੇ ਪੋਇਟ ਸਾਡੇ ਸਾਰੇ ਕਲਾਕਾਰ, ਪਰ ਦਾਗ ਤੇ ਉਹਦੇ 'ਚ ਵੀ ਹੈਗਾ। ਹਰ ਬੰਦੇ 'ਚ ਕਮੀ ਹੈ। ਜੇ ਤੇਰੇ 'ਚ ਵੀ ਕੋਈ ਹੈ, ਉਹਦੇ ਕਰਕੇ ਮਾੜਾ ਮੋਟੇ ਕਰਕੇ ਨਹੀਂ ਦਬਣਾ ਚਾਹੀਦਾ ਹੈਗਾ। ਬਾਕੀ ਤੇ ਇੱਕ ਲੋਕਾਂ ਨੇ ਇੰਨਾ ਵਿਸ਼ਵਾਸ ਕੀਤਾ ਆ, ਉਹ ਗੱਲ। ਦੂਜੀ ਗੱਲ ਇੱਕ ਜਿਹੜੀ ਆ, ਮੈਂ ਨਾਲ ਹੀ ਹੁਣੇ ਹੀ ਦੱਸ ਦਿਆਂ। ਸਰਕਾਰ ਦਾ ਨਾ, ਜਦੋਂ ਕਹਿੰਦੇ ਆ, ਜਦੋਂ ਉਹ ਕਹਿੰਦੇ ਗਿੱਦੜ ਦੀ ਮੌਤ ਹੁੰਦੀ, ਉਹ ਕਹਿੰਦੇ ਸ਼ਹਿਰ ਵੱਲ ਨੂੰ ਭੱਜਦਾ, ਵੀ ਹੁਣ ਪੁੱਠੇ ਕੰਮ ਕਰੀ ਤੁਰੇ ਜਾਣੇ, ਹਟਣਾ ਹੀ ਨਹੀਂ। ਅੱਜ ਫਿਰ ਐਡਵਰਟਾਈਜ਼ਮੈਂਟ ਕੱਢਤੀ, ਉਹ ਚ ਕਹਿਤਾ ਕਿ ਦੇਖੋ ਜੀ ਅਸੀਂ ਤੁਹਾਨੂੰ ਖੁਸ਼ ਕਰ ਲਈ। ਉਹ ਗੱਲ ਨੂੰ ਵਿੱਚ ਦਬਾਉਣਾ ਚਾਹੁੰਦੇ ਆ ਨਾ, ਕਦੀ ਪ੍ਰੈਸ ਕਾਨਫਰੰਸਾਂ ਕਰ ਦੇਣਗੇ, ਕਦੀ ਹੋਰ ਸ਼ੋਸ਼ਾ ਛੱਡ ਦੇਣਗੇ, ਤਾਂ ਕਿ ਜਿਹੜੀ ਲੋਕਾਂ ਦੀ ਪਰਸਨਾਂ ਦਾ ਮੁੱਦਾ ਹੈ ਉਹ ਦਬ ਜਾਏ ਤੇ ਮੀਡੀਆ 'ਚ ਦੂਜੀ ਗੱਲ ਦਾ ਰੌਲਾ ਪੈ ਜਾਏ। ਇਹ ਵੱਡੇ 7-8 ਕਰੋੜ ਦੇ ਸੁਣਨ 'ਚ ਆਇਆ, ਅੱਜ ਫੇਰ ਇਸ਼ਤਿਹਾਰ ਦੇ ਦਿੱਤੇ, ਪੈਸਾ ਪੱਲੇ ਨਹੀਂ ਹੈਗਾ। ਉਹ ਕਿਸੇ ਗਰੀਬ ਨੂੰ ਲੰਗਰ ਹੀ ਲਾ ਕੇ ਖਵਾਲ ਦਿਆ ਕਰੋ, ਤੁਹਾਨੂੰ ਸੀਸਾਂ ਦਊਗਾ। 7-8 ਕਰੋੜ ਰੁਪਈਆ ਬਹੁਤ ਹੁੰਦਾ। ਕਿਸੇ ਸੰਸਥਾ ਨੂੰ ਦੇ ਦਿਓ, ਕਿਸੇ NGO ਨੂੰ ਦੇ ਦਿਓ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹ ਤੇ ਤੁਸੀਂ ਕੰਮ ਕਰਦੇ ਨਹੀਂ। ਆਪਣੀ ਮਸ਼ਹੂਰੀ ਦੀ ਥੋਬੜਾ ਵੱਡਾ ਸਾਰਾ ਲਾ ਕੇ ਹੱਥ ਜੋੜ। ਤੈਨੂੰ ਜਾਣਦੇ ਨਹੀਂ ਪੰਜਾਬ ਦੇ ਕਿ ਤੇਰਾ ਥੋਬੜਾ ਕਿਹੋ ਜਿਹਾ ਆ? ਚੀਫ ਮਿਨਿਸਟਰ ਨੂੰ ਜਾਣਦੇ ਆ, ਸਾਰੇ ਜਾਣਦੇ ਆ।
ਐਵੇਂ ਰੋਜ਼ ਹੀ ਇੱਕ ਹੱਥ ਜਿਹਾ ਜੋੜ ਕੇ ਇੰਜ ਕਰਕੇ ਕਿ ਆਹ ਦੇਖੋ ਮੈਂ ਤੁਹਾਡਾ ਇੰਨਾ, ਤੁਸੀਂ ਇੱਥੇ ਰੱਬ ਆਏ ਆ ਸਾਡੇ ਲਈ, ਤੁਸੀਂ ਚੀਫ ਮਿਨਿਸਟਰ ਆ, ਪੰਜਾਬੀਆਂ ਦੇ ਨੌਕਰ ਆ, ਤੁਹਾਨੂੰ ਤਨਖਾਹ ਦਿੰਦੇ ਆ, ਕੰਮ ਤੇ ਰੱਖਿਆ ਹੋਇਆ ਸੀ, ਤੁਸੀਂ ਸਾਡੇ ਰੱਬ ਆ ਕਿ ਰੋਜ਼ ਸਾਨੂੰ ਆਪਣਾ ਥੋਪੜਾ ਦਿਖਾਉਂਦੇ ਆ ਐਡਵਰਟਾਈਜ਼ਮੈਂਟ ਕਰਕੇ? ਕਿਉਂ ਸਰਕਾਰ ਦਾ ਖਰਚਾ ਕਰਦੇ? ਔਰ ਉਹ ਬੇਸਲੈਸ। 10 ਸਾਲ ਪਹਿਲਾਂ ਇਹ ਪਹਿਲਾਂ ਹੀ ਪ੍ਰੋਗਰਾਮ ਲਾਗੂ ਹੈ, ਜਦੋਂ ਕੁਝ ਹੁੰਦਾ ਹੀ ਨਹੀਂ ਇਹਨਾਂ ਕੋਲੋਂ, ਤੇ ਜਿਹੜਾ ਪਹਿਲਾਂ ਸਰਕਾਰਾਂ ਨੇ 10 ਸਾਲ ਪਹਿਲਾਂ ਪ੍ਰੋਗਰਾਮ ਕੀਤਾ ਉਹਦਾ ਥੱਲੇ ਲਿਖ ਕੇ ਆਪਣੀ ਮਸ਼ਹੂਰੀ ਕਰਤੀ। ਇਹ ਤੇ ਹੈ ਵੀ ਮਾਲ ਕਿਸੇ ਦਾ ਮਸ਼ਹੂਰੀ ਕੰਪਨੀ ਦੀ ਲਾ ਦਿਓ ਮੋਹਰ, ਭਗਵੰਤ ਮਾਨ ਆ ਗਿਆ। ਭਗਵੰਤ ਮਾਨ ਜੀ ਤੁਸੀਂ ਸਾਡੇ ਛੋਟੇ ਵੀਰ ਆ, ਨਾ ਇੰਜ ਆਪਣੀ ਬਦਨਾਮੀ ਤੇ ਆਪਣੀ ਸਰਕਾਰ ਦੀ ਕਰਾਓ, ਇੰਜ ਨਹੀਂ ਜੇ ਚੱਲਣੀ, ਲੋਕਾਂ 6 ਮਹੀਨੇ ਨਹੀਂ ਚੱਲਣੀ ਇੰਜ ਸਰਕਾਰ। ਤੁਸੀਂ ਅਸੀਂ ਚਾਹੁੰਦੇ ਆ ਚੰਗੇ ਕੰਮ ਕਰਨ ਦੀ ਤੁਸੀਂ ਕੋਸ਼ਿਸ਼ਾਂ ਕਰ ਰਹੇ ਆ, ਪਰ ਜੇ ਤੁਸੀਂ ਦਿੱਲੀ ਦੇ ਕਹਿਣ ਤੇ ਕਰੋਗੇ ਉਹਨਾਂ ਨਹੀਂ ਹੋਣ ਦੇਣੀਆਂ। ਉਹਨਾਂ ਦੇ ਏਜੰਡੇ ਹੋ ਰਿਹਾ, ਤੁਹਾਡੇ ਏਜੰਡੇ ਹੋ ਰਿਹਾ, ਪੰਜਾਬੀਆਂ ਦੀਆਂ ਲੋੜਾਂ ਹੋ ਰਿਹਾ। ਇਸ ਲਈ ਬਿਲਕੁਲ ਤੁਸੀਂ ਇਹ ਕੰਮ ਪੁੱਠੇ ਸਿੱਧੇ ਕਰਨੇ ਬੰਦ ਕਰੋ। ਔਰ ਰੋਜ਼ ਤੀਸਰੇ ਦਿਨ ਆਪਣੀ ਵੱਡੀ ਸਾਰੀ ਫੋਟੋ ਲਾ ਕੇ ਫੁੱਲ ਪੇਜ ਦਾ ਚੌਥਾ ਹਿੱਸਾ ਵੀ ਲਾ ਦੇਣ, 4 ਪੈਸੇ ਬਚਣਗੇ। ਫੁੱਲ ਪੇਜ ਦਾ ਵੀ ਕੀ ਲੋਕਾਂ ਅੰਨੇ ਦਿਖਦਾ ਨਹੀਂ ਹੈ ਲੋਕਾਂ ਨੂੰ ਵੀ ਤੁਸੀਂ ਪੂਰਾ ਪੇਜ ਦੇ ਉੱਤੇ 4 ਲਾਈਨਾਂ ਲਿਖਦੇ ਆ, 4 ਲਾਈਨਾਂ ਪੂਰੇ ਪੇਜ ਤੇ ਲਿਖਦੇ। ਇਹਦਾ ਬੇਵਕੂਫ ਬਣਾਉਣ ਚੱਲੇ ਆ, ਹੱਦ ਹੋ ਗਈ ਹੈ। ਤੁਸੀਂ 4 ਲਾਈਨਾਂ ਵੈਸੇ ਇੱਕ ਕੋਨੇ ਦੇ ਵਿੱਚ ਆ ਜਿੱਡਾ ਕਿ ਮੇਰਾ ਹੱਥ ਦਾ ਮੈਂ ਦੱਸ ਰਿਹਾ ਐਡੀ ਕਿ ਐਡਵਰਟਾਈਜ਼ਮੈਂਟ ਲਾ ਦਿਓ ਕਿ ਲੋਕ ਪੜ੍ਹਨਗੇ ਨਹੀਂ। ਆਪਾਂ ਖਬਰਾਂ ਨਹੀਂ ਪੜ੍ਹਦੇ, ਬਾਕੀ ਦੀ ਫੋਟੋ ਨਹੀਂ ਦੇਖਦੇ। ਤੁਸੀਂ ਸਾਡੇ ਸਿਰ ਤੇ ਰੋਜ਼ ਥੋੜਾ ਮਾਰਦੇ ਆ, ਸਾਨੂੰ ਨਿਰਾਸ਼ ਕਰਦੇ ਆ। ਇਹ ਸਮਝਦੇ ਹੀ ਨਹੀਂ ਲੋਕ ਕਿ ਸਾਨੂੰ ਨਹੀਂ ਦੁੱਖ ਹੁੰਦਾ ਸਾਡਾ ਪੈਸਾ ਤੁਸੀਂ ਬਰਬਾਦ ਕਰ ਰਹੇ ਆ। ਔਰ ਉਹ ਵੀ ਉਸ ਗੱਲ ਤੇ ਕਰ ਰਹੇ ਆ ਕਿ ਜਿਹੜਾ ਪਹਿਲੀਆਂ ਸਰਕਾਰਾਂ ਕਰਦੀਆਂ, ਜਿਨ੍ਹਾਂ ਨੂੰ ਰੋਜ਼ ਨਿੰਦਦੇ ਆ ਤੁਸੀਂ ਤੇ ਆਪਣੇ ਨਾਲ ਲਵਾ ਕੇ ਲੱਗੇ ਆ। ਇਹ ਠੀਕ ਨਹੀਂ ਹੈਗਾ। ਹਾਂਜੀ ਪ੍ਰੋਫੈਸਰ ਸਾਹਿਬ, ਅਗਲੀ ਗੱਲ ਇਹ ਆ ਕਿ ਲੋਕ ਜਿਹੜੇ ਭਗਵੰਤ ਮਾਨ ਪ੍ਰਤੀ ਹਮਦਰਦੀ ਰੱਖਦੇ ਨੇ, ਜਿਵੇਂ ਆਪਾਂ ਵੀ ਕਹਿ ਦਿੰਦੇ ਆ ਕਿ ਮਾਨ ਸਾਹਿਬ ਆਪਣੀ ਕੁਰਸੀ ਬਚਾਓ, ਪੰਜਾਬ ਨੂੰ ਬਚਾਓ, ਪੰਜਾਬ ਦੇ ਹਿੱਤ ਵਿੱਚ ਰਹੋ। ਲੋਕ ਕਹਿੰਦੇ ਕਿ ਮਾਨ ਸਾਹਿਬ ਤੁਹਾਡੇ ਕੋਲੇ ਇਹ ਆਖਰੀ ਮੌਕਾ ਆ, ਤੁਸੀਂ ਨਾ ਸਮਝਿਓ ਕਿ ਦੁਬਾਰਾ ਫੇਰ ਲੋਕ ਤੁਹਾਨੂੰ ਮੌਕਾ ਦੇ ਦੇਣਗੇ। ਪਤਾ ਨਹੀਂ ਹੁਣ ਕੇਜਰੀਵਾਲ ਸਾਹਿਬ ਨੇ ਵੀ ਮੌਕਾ ਦੇਣਾ ਹੈ ਕਿ ਨਹੀਂ ਦੇਣਾ, ਆਉਣ ਵਾਲੇ ਮਹੀਨਿਆਂ 'ਚ ਕੀ ਬਣਦਾ, ਕਿਤੇ ਤਖਤਾ ਪਲਟੀ ਨਾ ਹੋ ਜੇ। ਇਹ ਸਾਰਾ ਕੁਝ ਭਗਵੰਤ ਮਾਨ ਨੂੰ ਕਿਹਾ ਜਾਂਦਾ। ਮੈਂ ਅਗਲੀ ਖਬਰ ਤੇ ਆਉਣ ਲੱਗਿਆ ਨਾਲ ਹੀ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਬੜਾ ਪ੍ਰਚਾਰ ਹੋਇਆ ਕਿ ਵਿਜੇ ਸਿੰਗਲਾ ਆਪਣੇ ਮੰਤਰੀ ਨੂੰ ਇਹਨਾਂ ਨੇ ਅੰਦਰ ਕਰਤਾ, ਉਹਦੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ, ਭਗਵੰਤ ਮਾਨ ਕਹਿੰਦੇ ਮੇਰੇ ਸਾਹਮਣੇ ਬਹਿ ਕੇ ਕਹਿ ਕੇ ਗਏ ਕਿ ਹਾਂਜੀ ਗਲਤੀ ਹੋ ਗਈ। ਤੇ ਹੁਣ ਵਿਜੇ ਸਿੰਗਲਾ ਇੱਕ ਤਰੀਕੇ ਦਾ ਲਲਕਾਰ ਰਹੇ ਨੇ, ਬਾਹਰ ਆ ਕੇ ਆਪਣੇ ਹਲਕੇ 'ਚ ਘੁੰਮ ਰਹੇ ਨੇ। ਚਲੋ ਠੀਕ ਹੈ, ਇੱਕ ਐਮਐਲਏ ਦਾ ਫਰਜ਼ ਵੀ ਹੈ ਘੁੰਮਣਾ, ਪਰ ਉਹ ਤਾਂ ਕਹਿੰਦੇ ਕਿ ਮੈਂ ਪਾਰਟੀ ਦੇ ਏਜੰਡੇ ਤੇ ਹੀ ਕੰਮ ਕਰ ਰਿਹਾ, ਏਜੰਡਾ ਇਮਾਨਦਾਰੀ ਦਾ ਤੇ ਮੈਂ ਬਿਲਕੁਲ ਇਮਾਨਦਾਰ ਆ, ਪਾਕ ਸਾਫ਼ ਹੋ ਕੇ ਬਰੀ ਹੋ ਕੇ ਬਾਹਰ ਆਵਾਂਗਾ। ਇਹ ਚੈਲੰਜ ਕੀਤਾ ਜਾ ਰਿਹਾ ਇੱਕ ਤਰੀਕੇ ਦਾ ਕਿ ਭਗਵੰਤ ਮਾਨ ਝੂਠਾ ਹੈ ਕਿ ਹੁਣ ਜਾਂ ਮੰਤਰੀ ਸਾਹਿਬ ਝੂਠੇ ਰਹੇ ਨੇ। ਹੁਣ ਇਹ ਤਾਂ ਲੋਕ ਪੁੱਛਦੇ ਨੇ, ਸਵਾਲ ਤਾਂ ਪੁੱਛਣਗੇ ਹੀ। ਨਾਲੋਂ ਨਾਲ ਇਹ ਵੀ ਗੱਲ ਹੈ ਕਿ ਜਿਹੜਾ ਇਹਨਾਂ ਨੇ ਬਾਕੀ ਮੰਤਰੀਆਂ ਨੂੰ, ਜਿਵੇਂ ਕਈ ਸਾਬਕਾ ਮੰਤਰੀ ਉਹਨਾਂ ਨੂੰ ਅੜਿੱਕੇ ਤੇ ਲਿਆ ਹੋਇਆ, ਸੰਗਤ ਸਿੰਘ ਗਿੱਲ ਜੀਆਂ ਹੋ ਰਹੀ, ਉਹਨਾਂ ਦੀ ਅਦਾਲਤ ਦੇ ਵਿੱਚ ਪਟੀਸ਼ਨ ਖਾਰਜ ਹੋ ਗਈ ਹੈ। ਉਹ ਵੀ ਕੱਲ ਨੂੰ ਉਹ ਵੀ ਬਾਹਰ ਆ ਕੇ, ਜਿਵੇਂ ਸਾਧੂ ਸਿੰਘ ਧਰਮਸੋਤ ਨੇ, ਉਹ ਵੀ ਕਹਿ ਦੇਣਗੇ ਕਿ ਮੈਂ ਪਾਕ ਸਾਫ਼ ਆ। ਗਿੱਲ ਜੀਆਂ ਸਾਹਿਬ ਵੀ ਕਹਿ ਦੇਣਗੇ ਕਿ ਮੈਂ ਪਾਕ ਸਾਫ਼ ਆ। ਦੇਖੋ ਜਿਹੜਾ ਸਿੰਗਲੇ ਵਾਲਾ ਹੈ, ਗਿਲਜੀਆਂ ਦਾ ਤੇ ਚਲੋ ਅਜੇ ਪ੍ਰੋਸੈਸ ਵਿੱਚ ਹੈ, ਪਤਾ ਲੱਗ ਜੂਗਾ। ਜਿਹੜਾ ਸਿੰਗਲੇ ਵਾਲਾ ਹੈ, ਇੱਕ ਡੈਮੋਕ੍ਰੇਸੀ ਦੇ ਵਿੱਚ ਇੱਕ ਤਰੀਕਾ ਹੁੰਦਾ, ਮੈਨੂੰ ਨਹੀਂ ਪਤਾ ਉਹ ਠੀਕ ਹੈ ਕਿ ਗਲਤ ਹੈ, ਪਰ ਜਨਰਲੀ ਜਦੋਂ ਵੀ ਕੋਈ ਬੰਦਾ ਫੜਿਆ ਜਾਂਦਾ ਜਾਂ ਕੋਈ ਜਿਹਦੀ ਕੰਪਲੇਂਟ ਆਉਂਦੀ ਆ, ਬਕਾਇਦਾ ਇੱਕ ਕਮੇਟੀ ਬਣਾ ਕੇ ਸਾਰੇ ਡਾਕੂਮੈਂਟ ਇਕੱਠਾ ਕਰਦੀ ਆ। ਜਿਵੇਂ ਪੁਲਿਸ ਕਿਸੇ ਦਾ ਚਲਾਨ ਕਰਨਾ ਹੋਵੇ ਤਾਂ ਪੂਰੀ ਉਹਦੀ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਆ, ਉਹਦੇ ਤੇ ਕਲਾਜ਼ਸ ਲਾਈਆਂ ਜਾਂਦੀਆਂ। ਇਸੇ ਤਰੀਕੇ ਨਾਲ ਇੰਟਰਨਲ ਇਨਕੁਆਇਰੀ ਹੁੰਦੀ ਹੈ। ਉਹ ਇੰਟਰਨਲ ਇਨਕੁਆਇਰੀ ਇੱਕ ਪੂਰੀ ਡਾਕੂਮੈਂਟੇਸ਼ਨ ਕਰਦੀ ਆ ਤਾਂ ਕਿ ਕੋਰਟ ਦੇ ਵਿੱਚ ਜਿਹੜਾ ਕੇਸ ਅਸੀਂ ਜਦੋਂ ਦੇਣਾ ਆ ਉਹ ਉੱਥੇ ਫੇਲ ਨਾ ਹੋ ਜਾਏ, ਡਰੋਪ ਨਾ ਹੋ ਜਾਏ। ਇਹਨਾਂ ਤੇ ਨਹੀਂ ਕੁਝ ਕੀਤਾ, ਸਾਨੂੰ ਲੱਗਦਾ ਨਹੀਂ। ਇਹ ਤੇ ਇਧਰੋਂ ਫੋਨ ਆਇਆ, ਚੱਡੇ ਨੇ ਕਹਿਤਾ ਹੋਣਾ ਜਾਂ ਕੇਜਰੀਵਾਲ ਨੇ ਕਹਿਤਾ ਹੋਣਾ ਵੀ ਇੱਕ ਅੱਧਾ ਕਾਂ ਜਿਹੜਾ ਟੰਗਣਾ ਬਹੁਤ ਜ਼ਰੂਰੀ ਆ, ਫਿਰ ਦੇਖੀ ਤੇਰੀ ਵਾਹ ਵਾਹੀ। ਉਹ ਹਲਕੀ ਤੇ ਤੁਰੰਤ ਵਾਹ ਵਾਹੀ ਖੱਟਣ ਲਈ ਇਹ ਕਿਤੇ ਦੇਖਿਓ ਉਲਟਾ ਨਾ ਪੈ ਜੇ। ਹੁਣ ਜਿਹੜਾ ਕੋਰਟ ਦਾ ਕੰਮ ਹੈ ਉਹ ਤੇ ਆਪਣੇ ਢੰਗ ਨਾਲ ਚੱਲਦਾ, ਉਹ ਸਰਕਾਰਾਂ ਦੀ ਵਿਸ਼ ਤੇ ਥੋੜੀ ਚੱਲਦਾ ਵੀ ਇਹਨਾਂ ਨੂੰ ਇੰਜ ਚਾਹੀਦਾ ਤੇ ਇਸ ਕਰਕੇ ਹੁਣ ਇਹੋ ਜਿਹਾ ਫੈਸਲਾ ਸਰਕਾਰਾਂ ਦੇ ਹੱਕ 'ਚ ਦੇ ਦਿਓ। ਹਾਲਾਂਕਿ ਉੱਥੇ ਵੀ ਚਲੋ ਮੈਂ ਨਹੀਂ ਕਹਿੰਦਾ ਸਾਰੇ ਦੁੱਧ ਧੋਤੇ ਆ, ਕੋਰਟਾਂ ਦੇ ਵਿੱਚ ਵੀ ਬਥੇਰਾ ਕੁਝ ਚੱਲਦਾ, ਪਰ ਨਾਰਮਲੀ ਇਹ ਐਕਸਪੈਕਟ ਕੀਤਾ ਜਾਂਦਾ ਕਿ ਕੋਰਟ ਤੇ ਕਾਨੂੰਨ ਦੇ ਮੁਤਾਬਕ ਚੱਲੂ। ਜੇ ਕਾਨੂੰਨ ਦੇ ਮੁਤਾਬਕ ਚੱਲੂਗੀ ਤੇ ਸਿੰਗਲਾ ਦਾ ਕੇਸ ਮੈਨੂੰ ਲੱਗਦਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਥੋੜਾ ਹਲਕਾ ਕੱਚਾ ਇਸ ਕਰਕੇ ਹੈ ਕਿ ਉਹਦੀ ਜਿਹੜੀ ਸਾਰੀ ਗਰਾਊਂਡ ਪੱਕੀ ਤਿਆਰ ਕਰਨੀ ਚਾਹੀਦੀ ਉਸ ਨਹੀਂ ਕੀਤੀ। ਕੀ ਕੀਤਾ ਗਿਆ?
ਉੱਥੇ ਕੋਈ ਰਿਕਾਰਡਿੰਗ ਸੁਣੀ ਤੇ ਨਾਲ ਹੀ ਉਹਨੂੰ ਬੁਲਾ ਲਿਆ, ਜੋ ਕਹਿਣ ਚ ਹੈਗੀ ਗੱਲ ਕਿ ਭਗਵੰਤ ਮਾਨ ਨੇ ਦਫ਼ਤਰ ਬੁਲਾ ਲਿਆ, ਕਾਕਾ ਜੀ ਤੁਸੀਂ ਤੇ ਮੈਂ ਤੁਹਾਨੂੰ ਅਜੇ ਹੁਣੇ ਮਿਨਿਸਟਰ ਬਣਾਇਆ, ਆਹ ਕੀ ਕੰਮ ਮੈਂ ਸੁਣ ਰਿਹਾ। ਦੇਖੋ ਜੀ ਗਲਤੀ ਹੋ ਗਈ, ਚੰਗਾ ਗਲਤੀ ਹੋ ਗਈ, ਜਾ ਓਏ ਕਰੋ ਇਹਦਾ ਕੰਮ, ਇਹ ਗਲਤੀ ਮੇਰੇ ਕੋਲ ਮੰਨ ਗਿਆ। ਇਸ ਤਰੀਕੇ ਨਾਲ ਚੱਲਦਾ ਕੰਮ। ਇਹ ਕੋਈ ਰਜਵਾੜਿਆਂ ਦਾ ਰਾਜਿਆਂ ਦਾ ਰਾਜ ਹੈ, ਚੀਫ ਮਿਨਿਸਟਰ ਦਾ ਰਾਜ, ਡੈਮੋਕ੍ਰੇਸੀ ਦਾ ਰਾਜ, ਰੂਲ ਦਾ ਰਾਜ। ਉਸ ਰੂਲ ਦੇ ਤਹਿਤ ਚੀਫ ਮਿਨਿਸਟਰ ਵੀ ਆਉਂਦਾ। ਚੀਫ ਮਿਨਿਸਟਰ ਰਾਜਾ ਥੋੜੀ ਹੈ ਕਿ ਉਹਨੂੰ ਇੱਕ ਵਾਰੀ ਕਿਸੇ ਨੇ ਆ ਕੇ ਮੰਨ ਲਿਆ ਤੇ ਤੁਸੀਂ ਕਹਤਾ ਹਾਂ ਬਈ ਚੱਕ ਦਿਓ ਫੱਟੇ। ਸਾਡੀ ਦਾਦਾਗਿਰੀ ਦੀ ਪੋਲਿਟਿਕਸ ਇੰਡੀਆ 'ਚ ਬਹੁਤ ਚੱਲਦੀ ਹੈ, ਪਰ ਉਹ ਠੀਕ ਨਹੀਂ ਹੈ। ਉਹਦੇ 'ਚ ਕਈ ਬੰਦੇ, ਕਈ ਕੰਮ ਚੰਗੇ ਵੀ ਹੋ ਜਾਣਗੇ, ਬਹੁਤ ਸਾਰੇ ਬੰਦੇ ਵਿਕਟਮ ਵੀ ਬਣ ਜਾਣਗੇ, ਨਜਾਇਜ਼ ਵੀ ਰਗੜੇ ਜਾਣਗੇ, ਕਿਉਂਕਿ ਉਹਨੇ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਰਗੜਨਾ ਸੀ ਰਗੜ ਦਿੱਤਾ। ਹੁਣ ਮੇਰੀ ਇੰਨੀ ਬੇਨਤੀ ਹੈਗੀ ਹੈ ਸੁਖਵਿੰਦਰ, ਤੁਸੀਂ ਬਾਰ-ਬਾਰ ਮੇਰਾ ਖਿਆਲ ਤੁਹਾਡਾ ਧਿਆਨ ਇੱਧਰ ਉੱਧਰ ਹੋ ਰਿਹਾ, ਮੇਰੀ ਬੇਨਤੀ ਇਹੀ ਹੈ ਕਿ ਸਿੰਗਲਾ ਸਾਹਿਬ ਜਿਹੜੇ ਆ ਉਹ ਜੇ ਆਏ ਆ ਬਾਹਰ ਕੰਮ ਕਰਨ, ਜਦ ਤੱਕ ਉਹਨਾਂ ਨੂੰ ਕੋਰਟ ਸਜ਼ਾ ਨਹੀਂ ਦਿੰਦੀ। ਹੁਣ ਤੁਹਾਡਾ ਸਵਾਲ ਇਹ ਹੈ ਵੀ ਜੇ ਉਹ ਇੰਜ ਫਿਰ ਰਿਹਾ, ਵਿਚਰ ਰਿਹਾ ਐਜ਼ ਐਮਐਲਏ ਤੋਂ ਨਹੀਂ ਨਾ ਲਿਆ ਉਹਨਾਂ ਨੂੰ ਬਾਹਰ, ਜੇ ਉਹ ਵਿਚਰ ਰਿਹਾ ਆ ਤੇ ਫਿਰ ਝੂਠਾ ਦੋਵਾਂ ਚੋਂ ਕੌਣ ਹੋਊਗਾ? ਉਹ ਵੀ ਫਿਰ ਕੱਲ ਨੂੰ ਆ ਕੇ ਇਸ ਗੱਲ ਦਾ, ਜੇ ਕੱਲ ਨੂੰ ਉਹ ਬਹਾਲ ਹੋ ਜਾਂਦੇ ਆ, ਕੋਈ ਕੇਸ ਬਣਦਾ ਨਹੀਂ, ਤੇ ਕਿਹਦੇ ਤੇ ਲੱਗੂ ਦੋਸ਼? ਭਗਵੰਤ ਮਾਨ ਤੇ ਜਿਹਨੇ ਕੱਢਿਆ। ਇਸ ਲਈ ਇਹ ਗੱਲਾਂ ਸਾਰੀਆਂ ਕੱਚ ਘੜੀਆਂ ਗੱਲਾਂ, ਮੈਂ ਜਿਹਨੂੰ ਕਹਿੰਦਾ ਬਚਗਾਨੀਆਂ ਗੱਲਾਂ। ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਆ। ਤੁਹਾਨੂੰ 3.25 ਕਰੋੜ ਲੋਕਾਂ ਦੀ ਭਵਿੱਖ ਦੀ ਵਾਗਡੋਰ ਸੰਭਾਲੀ ਹੋਈ ਹੈ। ਸਿੰਗਲਾ ਹੈ ਜਾਂ ਨਹੀਂ ਹੈ, ਜੇ ਉਹਨੇ ਗਲਤ ਕੀਤਾ ਉਹਨੂੰ ਸਜ਼ਾ ਮਾਲ ਜ਼ਰੂਰ ਦਿਓ, ਜਿੰਨੀ ਵੱਧ ਤੋਂ ਵੱਧ ਦਿਓ। ਜੇ ਉਹਨੇ ਨਹੀਂ ਕੀਤਾ ਉਹਨੂੰ ਛੱਡੋ। ਲੋਕਾਂ ਨੂੰ ਇਹਦੇ ਨਾਲ ਬਹੁਤਾ ਲਾਹਾ ਨਹੀਂ ਹੈਗਾ। ਤੁਸੀਂ ਐਵੇਂ ਫੋਕੀ ਵਾਹਵਾਹੀ ਖੱਟਣ ਦੀ ਕੋਸ਼ਿਸ਼ ਨਾ ਕਰੋ, ਜਿਵੇਂ ਰੋਜ਼ ਅਖਬਾਰਾਂ 'ਚ ਮਸ਼ਹੂਰੀਆਂ ਆਪਣੀਆਂ ਦੇ ਕੇ, ਐਡਵਰਟਾਈਜ਼ਮੈਂਟ ਦੇ ਕੇ ਤੁਸੀਂ ਕਰ ਰਹੇ। ਇੰਨਾ ਕੰਮਾਂ ਨਾਲ ਕੰਮ ਨਹੀਂ ਚੱਲਣਾ, ਧਰਾਤਲ ਦੇ ਕੁਝ ਕਰਕੇ ਦਿਖਾਉਣਾ ਪੈਣਾ। ਡੁਗਡੁਗੀ ਵਜਾ ਕੇ ਨਹੀਂ ਕੰਮ ਚੱਲਣਾ ਹੈ, ਨਾ ਚੁਟਕਲੇ ਛੱਡ ਕੇ ਕਰ। ਹਾਂਜੀ ਜੀ ਪ੍ਰੋਫੈਸਰ ਸਾਹਿਬ ਧਰਾਤਲ ਤੇ ਲੱਗੇ ਹੋਏ ਨੇ, ਕਹਿੰਦੇ ਬੁੱਢੇ ਨਾਲਾ ਦਾ ਦੌਰਾ ਕਰਕੇ ਆਏ ਨੇ ਸੀਚੇਵਾਲ ਸਾਹਿਬ ਤੇ ਮੰਤਰੀ ਸਾਹਿਬ ਮੀਤ ਹੇਅਰ ਜਾ ਕੇ। ਹੁਣ ਕਹਿੰਦੇ ਸ਼ਾਇਦ ਬੁੱਢੇ ਨਾਲਾ ਦੇ ਪ੍ਰੋਜੈਕਟ ਨੂੰ ਲੈ ਕੇ ਕੋਈ ਨਵੀਂ ਸਕੀਮ ਲੈ ਕੇ ਆਉਣਗੇ ਕਿ ਸਾਫ਼ ਸਫਾਈ ਕਿੱਦਾਂ ਕਰਨੀ ਹੈ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਵੱਲ, ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਉਹਦੇ ਅਧਿਕਾਰੀਆਂ ਵੱਲ ਵੀ ਕਿਤੇ ਝਾਤ ਮਾਰੀ ਜਾਏਗੀ ਕਿ ਉੱਥੇ ਕੀ ਚੱਲਦਾ, ਉਹ ਕਿਸ ਤਰ੍ਹਾਂ, ਮਤਲਬ ਕਿ ਉੱਥੇ ਫੈਕਟਰੀਆਂ ਜਿਵੇਂ ਆਪਣਾ ਗੰਦਾ ਪਾਣੀ ਜਿਹੜਾ ਉਧਰ ਕੰਟਰੋਲ ਨਹੀਂ ਕਰਦੀਆਂ, ਉਹਦੇ ਉੱਤੇ ਸਵਾਲ ਖੜੇ ਹੁੰਦੇ ਨੇ। ਦੇਖੋ, ਦੋ ਅਲੱਗ-ਅਲੱਗ ਸਵਾਲ ਹੈਗਾ। ਇੱਕ ਹੈਗਾ ਕਿ ਉਸ ਨੂੰ ਅੱਗੇ ਤੋਂ ਰੋਕਣਾ, ਪਾਣੀ ਨੂੰ ਜਿਹੜਾ ਗੰਦਗੀ ਪੈ ਰਹੀ ਹੈ, ਉਹ ਇੱਕ ਵੱਡਾ ਪ੍ਰੋਜੈਕਟ ਹੈ। ਮੈਂ ਤੁਹਾਨੂੰ ਦੱਸਾਂ, ਉਹਦੇ 'ਚ ਖਰਚਾ ਵੀ ਆਊਗਾ, ਉਹਦੇ 'ਚ ਡੰਡਾ ਵੀ ਚਾਹੀਦਾ। ਪਹਿਲਾਂ ਤੇ ਵਾਕਿਆ ਹੀ ਜਵਾਬਦੇਹੀ ਬੁਲਾ ਕੇ ਭਗਵੰਤ ਮਾਨ ਜਿਵੇਂ ਕੈਬਨਿਟ ਦੀ ਮੀਟਿੰਗ ਬੁਲਾਉਂਦੇ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਵੀ ਬੰਦੇ ਆ ਉਹਨਾਂ ਨੂੰ ਬੁਲਾ ਕੇ ਕੱਲੇ ਨੂੰ ਪੁੱਛਣ ਵੀ ਕੀ ਗੱਲ ਆ ਬਈ, ਕੀ ਤੁਹਾਡੀਆਂ ਕਰਾਈਏ ਫਿਰ ਕੱਲੇ ਦੀਆਂ ਇਨਕੁਆਇਰੀਆਂ ਵੀ ਕਿੰਨਾ ਉਹ ਇੰਸਪੈਕਟਰ ਉੱਥੇ ਸਾਈਕਲ ਤੇ ਆਉਂਦੇ ਆ 6 ਮਹੀਨਿਆਂ 'ਚ, ਕਾਰ ਫਿਰ ਲਾਲਾ ਫਿਰ ਗੱਡੀ, ਫਿਰ ਪਲਾਟ, ਫਿਰ ਲਾਲਾ ਹੈ। ਇਹ ਕੀ ਕੰਮ ਬਾਣੇ ਫੜਿਆ ਹੋਇਆ? ਉਹ ਇਹਨਾਂ ਦੀ ਗੱਲ ਕਰੇ ਭਈ ਦੇਖੋ ਆਪਾਂ ਕੁਛ ਤੇ ਲੋਕਾਂ ਨੂੰ ਮਾਰ ਹੀ ਦੇਣਾ, ਛੱਡਣਾ ਹੀ ਨਹੀਂ ਹੈਗਾ। ਇਸ ਕਿਸਮ ਦੀ ਉਹ ਤਹਮਲ ਦੇ ਨਾਲ ਗੱਲ ਕਰਨ, ਪਰਸੂਏਸਿਵ ਢੰਗ ਨਾਲ, ਦੰਡਿਤ ਕਰਨ ਦੇ ਹਿਸਾਬ ਨਾਲ ਨਾ, ਥਾਣੇਦਾਰੀ ਨਾ ਕਰਨ ਵੀ ਦੱਸੋ ਮੈਨੂੰ ਹੱਲ ਕੀ ਹੈਗਾ। ਇੱਕ ਤੇ ਉਹਨਾਂ ਨੂੰ ਜਿਹੜੀ ਥੋੜੀ ਲਗਾਮ ਪਾਉਣ ਦੀ, ਲਾਈਨ ਤੇ ਲਿਆਉਣ ਦੀ ਲੋੜ ਆ। ਔਰ ਜੇ ਉਹ ਨਹੀਂ ਆਉਂਦੇ ਤਾਂ ਫਿਰ ਇਹਨਾਂ ਕੋਲ ਵਿਜੀਲੈਂਸ ਸੈੱਲ ਹੈਗਾ, ਉਹਦੇ ਨਾਲ ਹੀ ਰਿਪੋਰਟ ਮੰਗਾ ਕੇ ਉਹਨਾਂ ਨੂੰ ਦੱਸ ਦੇਣ ਵੀ ਚੰਗਾ ਭਾਈ ਫਿਰ ਤੁਸੀਂ ਜੇ ਨਹੀਂ ਕੰਮ ਕਰਨਾ ਇਹ। ਦੂਸਰਾ ਜਿਹੜਾ ਆਲਰੇਡੀ ਹੋ ਗਿਆ ਪਾਣੀ ਉਹਦੇ 'ਚ ਜਾ ਰਿਹਾ ਜਾਂ ਕਿੱਦਾਂ, ਉਹਦੇ 'ਚ ਇਕੱਲਾ ਫੈਕਟਰੀਆਂ ਦਾ ਨਹੀਂ ਹੈ, ਸ਼ਹਿਰ ਦਾ ਵੀ ਬਹੁਤ ਗੰਦ ਇਸ ਤਰੀਕੇ ਨਾਲ ਵਿੱਚ ਪੈਂਦਾ। ਉਹਨੂੰ ਕਿਵੇਂ ਰੋਕੋਗੇ ਬਈ? ਉਹ ਕੱਲਾ ਬੰਦਾ ਤੇ ਨਹੀਂ ਲਾਊਗਾ ਕਿਸੇ ਕਿਸਮ ਦਾ। ਉਹਦੇ ਲਈ ਕਮਿਊਨਿਟੀ ਉਹ ਪਲਾਂਟ ਲਾਉਣੇ ਪੈਣਗੇ ਸਾਫ਼ ਕਰਦੇ, ਪਾਣੀ ਨੂੰ ਸਾਫ਼ ਕਰਨ ਦੇ। ਕਮਿਊਨਿਟੀ ਸਰਕਾਰ ਵੱਲੋਂ ਲਾਉਣੇ ਪੈਣਗੇ। ਉਹ ਵੀ ਸੋਚਣ ਕਿਉਂ ਨਹੀਂ ਬਈ, ਲੋਕ ਤੇ ਸੀਵੇਜ ਵਾਟਰ ਨੂੰ ਦੁਬਾਰਾ ਟ੍ਰੀਟ ਕਰਕੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਪੀ ਲੈਂਦੇ ਆ। ਇਹ ਗੱਲ ਠੀਕ ਹੈ ਕਿ ਦੇਖੋ ਜਿਹੜੀ ਕਾਲੀ ਬੇਈ ਸਾਫ਼ ਕੀਤੀ ਸੀਗੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ, ਉਹਨਾਂ ਨੇ, ਮੈਂ ਆਪਣੀ ਗੱਲ ਤੁਹਾਨੂੰ ਦੱਸ ਰਿਹਾ, ਜਦੋਂ ਅਸੀਂ ਗਏ ਬਾਬਾ ਜੀ ਨੂੰ ਮਿਲੇ, ਉਹ ਪਹਿਲਾਂ ਗਏ ਨਾਲ ਗਲਾਸੀ ਲੈ ਕੇ ਗਏ, ਜਾਂਦਿਆਂ ਇੱਕ ਗਲਾਸੀ ਪਾਣੀ ਦੀ ਫੜੀ ਤੇ ਪੀ ਕੇ ਦਿਖਾਈ। ਫਿਰ ਇੱਕ ਮੀਟਰ ਲਾਇਆ ਉਹ ਪਾਣੀ 'ਚ, ਦੱਸਿਆ ਵੀ ਇਹ ਇੰਨੀ ਕੁ ਪ੍ਰਦੂਸ਼ਣ ਜਿਹੜਾ ਵੱਧ ਤੋਂ ਵੱਧ ਲਿਮਿਟ ਦੇ ਵਿੱਚ ਹੈ, ਪੀਣਯੋਗ ਪਾਣੀ 'ਚ ਹੈ, ਤੇ ਉਹਦੇ ਤੋਂ ਵੀ ਕਾਫੀ ਸਾਡਾ ਥੱਲੇ ਆ, ਇੰਨਾ ਸਾਫ਼ ਪਾਣੀ ਹੈ, ਇਸ ਕਰਕੇ ਮੈਂ ਪਾਣੀ ਪੀਂਦਾ। ਬਾਬਾ ਜੀ ਅੱਜ ਤੋਂ ਧਿਆ ਲੈਣ, ਕਸਮ ਖਾ ਲੈਣ ਕਿ ਜਿਸ ਤਰ੍ਹਾਂ ਉੱਥੇ ਸੇਵਾ ਕੀਤੀ ਆ
ਬੁੱਢੇ ਨਾਲੇ ਨੂੰ ਅਸੀਂ ਗੰਦਾ ਨਹੀਂ ਰਹਿਣ ਦੇਣਾ। ਉੱਥੇ ਭਗਵੰਤ ਮਾਨ, ਇਹ ਕੇਜਰੀਵਾਲ, ਰਾਘਵ ਚੱਡਾ ਤੇ ਬਾਬਾ ਬਲਬੀਰ ਸਿੰਘ ਰਾਜੇਵਾਲ, ਇਹ ਚਾਰੇ ਬੰਦੇ ਇੱਕ ਇੱਕ ਗਲਾਸ ਪਾਣੀ ਜ਼ਰੂਰ ਪੀਣ ਉੱਥੋਂ, ਤਾਂ ਹੀ ਲੋਕਾਂ ਨੂੰ ਵਿਸ਼ਵਾਸ ਬਣੂ ਨਾ ਵੀ ਇਹ ਹੁਣ ਸਾਫ਼ ਹੋਇਆ, ਵੀ ਚਾਰੇ ਇਕੱਠੇ ਜੇ ਪੀ ਲਿਆ, ਇਹ ਹੁਣ ਅੰਮ੍ਰਿਤ ਬਣ ਗਿਆ, ਇਹ ਬਿਲਕੁਲ ਸਾਫ਼ ਆ, ਸਿਹਤ ਲਈ ਠੀਕ ਆ। ਇਸ ਗੱਲ ਦਾ ਅਹਿਦ ਕਰਨ ਕਿ ਲੋਕਾਂ ਦੇ ਸਾਹਮਣੇ ਪਬਲਿਕਲੀ ਇੱਕ ਦਿਨ ਇੱਕ ਇੱਕ ਗਲਾਸ ਪਾਣੀ ਉਸ ਗੰਦੇ ਨਾਲੇ ਨੂੰ, ਜਿਹਨੂੰ ਗੰਦਾ ਨਾਲੇ ਦਾ ਨਾਂ ਪੈ ਗਿਆ, ਉਹ ਪਵਿੱਤਰ ਨਾਲਾ ਉਹਦਾ ਨਾਂ ਰੱਖਣਾ, ਅਸੀਂ ਅੰਮ੍ਰਿਤ ਨਾਲਾ ਉਹਦਾ ਨਾਂ ਰੱਖਣਾ। ਨਾਲਾ ਹੀ ਨਾ ਕਹੋ ਤੁਸੀਂ, ਸੋਮਾ ਕਹਿ ਦਾਂਗੇ, ਚਸ਼ਮਾ, ਅੰਮ੍ਰਿਤ ਚਸ਼ਮਾ ਨਾਂ ਰੱਖਾਂਗੇ। ਬੁੱਢਾ ਨਾਲਾ ਨਹੀਂ, ਜਿਹੜਾ ਸਾਰੇ ਸ਼ਹਿਰ ਦੀ ਗੰਦਗੀ, ਫੈਕਟਰੀਆਂ ਦੀ ਗੰਦਗੀ ਢੋਂਦਾ 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 ਬੁੱਢਾ ਹੋ ਗਿਆ, ਔਰ ਲੋਕਾਂ ਨੂੰ ਵੀ ਉਹਨੇ ਨਾਲੋਂ ਨਾਲ ਆਪਣੇ ਬੁੱਢੇ ਕਰ ਦਿੱਤਾ, ਬਿਮਾਰ ਕਰਤਾ। ਇਸ ਲਈ ਇਹ ਵੱਡਾ ਪ੍ਰੋਜੈਕਟ ਹੈਗਾ, ਉਹਦੀ ਕਮਿਟਮੈਂਟ ਚਾਹੀਦੀ ਹੈ। ਪਰ ਮੈਂ ਇੱਕ ਗੱਲ ਨੂੰ ਆਪਾਂ ਸੀਚੇਵਾਲ ਸਾਹਿਬ ਨੂੰ ਵਧਾਈ ਦੇਣੀ ਚਾਹੀਦੀ। ਆਪਾਂ ਪਿੱਛੇ ਜੇ ਥੋੜਾ ਜਿਹਾ ਉਹਨਾਂ ਤੋਂ ਕ੍ਰਿਟੀਕਲ ਸੀਗੇ ਮੱਤੇਵਾੜੇ ਦੇ ਜੰਗਲਾਂ ਦੇ ਮੁਤਲਕ, ਉਹ ਤੇ ਚਲੋ ਸਰਕਾਰ ਨੂੰ ਇਸ ਗੱਲ ਦੀ ਵਧਾਈ ਕਿ ਉਹਨਾਂ ਨੇ, ਆਪਾਂ ਕੱਲ ਵੀ ਦਿੱਤੀ ਸੀ, ਅੱਜ ਫਿਰ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਬੜਾ ਵੇਲੇ ਸਿਰ ਕੋਈ ਵੱਡੀ ਆਪਸ ਵਿੱਚ ਖਿੱਚੋਤਾਣ ਤੋਂ ਪਹਿਲਾਂ ਉਹ ਫੈਸਲਾ ਬਦਲ ਲਿਆ। ਬੜੀ ਚੰਗੀ ਗੱਲ ਹੈ। ਇਕੱਲਾ ਇੱਥੇ ਨਹੀਂ ਬਦਲਿਆ ਉਹਨਾਂ ਨੇ, ਭਗਵੰਤ ਮਾਨ ਉਹਨਾਂ ਨੇ ਚੰਗੀ ਗੱਲ ਇਹ ਕਹੀ ਕਿ ਅਸੀਂ ਬਾਕੀ ਵੀ ਕਿਤੇ ਵੀ ਹੋਰ ਵੀ ਦਰਿਆਵਾਂ ਦਾ ਪਾਣੀ ਜਾਂ ਆਪਣੀ ਧਰਤੀ ਨੂੰ, ਜਿਹੜਾ ਹਵਾ ਨੂੰ, ਇਹੋ ਜਿਹਾ ਪ੍ਰਦੂਸ਼ਿਤ ਨਹੀਂ ਹੋਣ ਦਿਆਂਗੇ, ਅਸੀਂ ਫੈਕਟਰੀਆਂ ਦਾ ਖਿਆਲ ਰੱਖਾਂਗੇ। ਬੜੀ ਚੰਗੀ ਗੱਲ ਹੈ। ਕਈਆਂ ਨੂੰ ਇਸ ਗੱਲ ਦੀ ਇਹ ਚੁੱਭੀ ਵੀ ਹੋਊ ਭਗਵੰਤ ਮਾਨ ਦੀ ਵੀ ਅੱਛਾ ਫਿਰ ਇਹੋ ਜਿਹੀ ਕਿਹੜੀ ਫੈਕਟਰੀ ਹੈ ਜਿਹੜੀ ਸਾਫ਼ ਸਫਾਈ ਵੀ ਕਰੂਗੀ ਤੇ ਨਾਲ ਤੁਹਾਡੀ ਫੈਕਟਰੀ ਵੀ ਹੋਊਗੀ। ਇਹੋ ਜਿਹੀਆਂ ਗੱਲਾਂ ਕਈਆਂ ਨੂੰ ਚੁੱਭਦੀਆਂ ਹੋਣਗੀਆਂ, ਪਰ ਇਹ ਗੱਲ ਆਈਡੀਆ ਦੇ ਤੌਰ ਤੇ ਬਿਲਕੁਲ ਠੀਕ ਹੈ। ਜਿਹੜੀ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਨੇ ਗੱਲ ਕਹੀ ਮੱਤੇਵਾੜੇ ਦੇ ਪ੍ਰਤੀ ਕਿ ਦੇਖੋ ਇਹ ਬੜਾ ਚੰਗਾ ਆ, ਇਸ ਗੱਲ ਦੀ ਵਧਾਈ, ਇਹ ਨਹੀਂ ਸੀ ਹੋਣਾ ਚਾਹੀਦਾ। ਜਾਣੀ ਉਹ ਲੋਕਾਂ ਦੇ ਨਾਲ ਖੜੇ, ਇਸ ਫੈਸਲੇ ਦੇ ਵੀ ਨਾਲ ਖੜੇ ਤੇ ਲੋਕਾਂ ਦੇ ਵੀ ਨਾਲ ਖੜੇ, ਭਾਵੇਂ ਥੋੜਾ ਜਿਹਾ ਇੱਕ ਦਿਨ ਲੇਟ ਖੜੇ, ਕਿਉਂਕਿ ਉਹਨਾਂ ਦੇ ਐਮਪੀ ਆ, ਪਾਰਟੀ ਦੇ ਐਮਪੀ ਆ। ਉਸ ਗੱਲ ਤੋਂ ਮੇਰਾ ਖਿਆਲ ਇੰਨਾ ਕਿਤੇ ਉਹਨਾਂ ਨੂੰ ਜ਼ਰੂਰਤ ਦਿਖਾਉਣੀ ਚਾਹੀਦੀ ਹੈ ਵੀ ਐਮਪੀ ਬਣਾਤਾ, ਇਹ ਥੋੜੀ ਹੈ ਕਿ ਮੇਰੀ ਤੁਸੀਂ ਸੋਚ ਨੂੰ ਵੀ ਖਰੀਦ ਲਿਆ ਨਾਲ। ਮੇਰੀ ਸੋਚ ਨੂੰ ਹੀ ਤੁਸੀਂ ਮੈਨੂੰ ਐਮਪੀ ਬਣਾਇਆ। ਜੋ ਮੇਰੀ ਸੋਚ ਹੈ ਉਹ ਇਹ ਹੈ ਕਿ ਮੈਂ ਵਾਤਾਵਰਨ ਪ੍ਰੇਮੀ ਹਾਂ, ਇਸੇ ਕਰਕੇ ਤੁਹਾਨੂੰ ਉੱਥੇ ਲੈ ਕੇ ਗਏ। ਇਹ ਥੋੜੀ ਕਿਤੇ ਵੋਟਾਂ ਲਈ ਲੈ ਕੇ ਗਏ ਆ, ਜਾਂ ਉਹਨਾਂ ਦੇ ਗੇਰੂਏ ਜਾਂ ਭਖਵਾਂ ਚੋਲੇ ਦਾ ਰੰਗ ਦਿਖਾ ਕੇ ਤੇ ਲੋਕਾਂ 'ਚ ਇੱਕ ਮਹਿਮਾ ਖੱਟਣੀ, ਵਾਹਵਾਹੀ ਖੱਟਣੀ, ਉਸ ਕਰਕੇ ਥੋੜੀ ਲੈ ਕੇ ਗਏ। ਉਹਨਾਂ ਦੇ ਕੰਮ ਲਈ ਲੈ ਕੇ ਗਏ, ਤੇ ਜੇ ਕੰਮ ਲਈ ਲੈ ਕੇ ਗਏ ਆ ਤਾਂ ਫਿਰ ਕੰਮ ਉਹਨਾਂ ਨੂੰ ਸਾਰੀ ਜਗ੍ਹਾ ਆਪਣੀ ਡਿਊਟੀ ਨਿਭਾਉਣੀ ਪਊਗੀ। ਹਾਂਜੀ, ਇਹ ਤਾਂ ਲੋਕਾਂ ਦਾ ਪ੍ਰੈਸ਼ਰ ਵੀ ਸੀਗਾ ਤੇ ਸਰਕਾਰ ਨੂੰ ਪਿੱਛੇ ਮੁੜਨਾ ਪਿਆ। ਪਰ ਸਰਕਾਰ ਦੇ ਇਹਨਾਂ ਫੈਸਲਿਆਂ ਤੋਂ ਪ੍ਰੋਫੈਸਰ ਸਾਹਿਬ ਕਿਹਾ ਜਾਂਦਾ ਕਿ ਕਿਤੇ ਯੂ ਟਰਨਾਂ ਦਾ ਟੈਗ ਨਾ ਲੱਗ ਜੇ। ਮੈਂ ਬਿਜਲੀ ਵਾਲੇ ਮੁੱਦੇ ਦੇ ਉੱਤੇ ਤੁਹਾਨੂੰ ਚਾਹੁੰਦਾ ਕਿ ਤੁਸੀਂ ਇਹਨੂੰ ਥੋੜਾ ਵਿਸਤਾਰ ਵਿੱਚ ਦੱਸਿਓ। ਨੋਟੀਫਿਕੇਸ਼ਨ ਜਾਰੀ ਹੋ ਗਿਆ, ਕਹਿੰਦੇ ਸਰਕਾਰ ਫਿਰ ਯੂ ਟਰਨ ਮਾਰ ਗਈ, ਗਰੰਟੀ ਕੁਝ ਹੋਰ ਦਿੰਦੇ ਸੀ, ਵਿੱਚ 1 ਕਿਲੋਵਾਟ ਦੀ ਸ਼ਰਤ ਵੀ ਹਟਾਤੀ ਤੇ ਜਨਰਲ ਵਰਗ ਵਾਲਿਆਂ ਨੂੰ ਵੀ ਕਹਿੰਦੇ ਝਟਕਾ ਦੇਤਾ। ਮੇਰੀ ਸਲਾਹ ਇਹ ਹੈ ਕਿ ਜਦੋਂ ਭਗਵੰਤ ਮਾਨ ਦਸਖਤ ਕਰਦੇ ਆ ਕਿਤੇ ਸ਼ਾਮ ਨੂੰ ਨਾ ਕਰਨ, ਸਵੇਰੇ ਸਵੇਰੇ ਕਰਨ। ਸਵੇਰੇ ਸਵੇਰ ਜਦੋਂ ਦਸਖਤ ਕਰਨਗੇ ਜਾ ਕੇ ਸਾਰੀਆਂ ਫਾਈਲਾਂ, ਜਿਹੜੇ ਦਸਖਤ ਕਰਨ ਵਾਲੇ, ਆਰਡਰ ਕਰਨ ਵਾਲੇ, ਉਹਦੇ ਤੇ ਆਪ ਥੋੜਾ ਕੌਫੀ ਦਾ ਕੱਪ ਜ਼ਰੂਰ ਪੀਣ। ਮੈਂ ਮਜ਼ਾਕ 'ਚ ਨਹੀਂ ਕਹਿ ਰਿਹਾ। ਇਹ ਬਾਰ-ਬਾਰ ਕਿਉਂ ਗਲਤੀਆਂ ਹੁੰਦੀਆਂ? ਕਿਤੇ ਨਾ ਕਿਤੇ ਕੋਈ ਨੁਕਸ ਹੈਗਾ ਗੱਲ ਦਾ। ਪਹਿਲਾਂ ਆਇਆ ਜੀ ਅਸੀਂ 300 ਯੂਨਿਟ ਪ੍ਰਤੀ ਮਹੀਨਾ ਤੇ 600 ਯੂਨਿਟ 2 ਮਹੀਨਿਆਂ ਦੇ ਸਾਰਿਆਂ ਨੂੰ ਦਿਆਂਗੇ, ਪਹਿਲਾਂ ਇਹੋ ਜਿਹਾ ਆ ਗਿਆ। ਜਦੋਂ ਜਿੱਤ ਗਏ ਫਿਰ ਕਹਿੰਦੇ ਨਾ ਜੀ ਨਾ, ਇੰਨਾ ਤੇ ਸਾਡੇ ਕੋਲ ਹੈ ਨਹੀਂ। ਉਹ ਜਿਹੜੀ ਮੈਂ ਖਜੂਰ ਤੇ ਚੜੇ ਵਾਲੀ ਗੱਲ ਸੁਣਾਈ ਸੀ ਵੀ ਸਾਡੇ ਕੋਲ ਇੰਨਾ ਤੇ ਹੈ ਨਹੀਂ, ਥੱਲੇ ਆ ਗਏ, ਅੱਧ ਤੇ ਆ ਗਏ। ਕਹਿੰਦੇ ਦੇਖੋ ਜੀ 1 ਕਿਲੋਵਾਟ ਵਾਲਿਆਂ ਨੂੰ ਰਾਹਤ ਮਿਲੂਗੀ, ਬਾਕੀ ਦਿਆਂ ਨੂੰ ਜਿਹੜੀ ਪਹਿਲਾਂ ਮਿਲ ਰਹੀ ਆ 200 ਯੂਨਿਟ ਦੀ, ਉਹ ਤੇ ਮਿਲੀ ਜਾਊਗੀ ਜੋ ਕੈਟੇਗਰੀਜ਼ ਨੂੰ ਪਹਿਲਾਂ ਮਿਲਦੀ ਹੈ, ਤੇ ਉਦੋਂ ਵੱਧ ਅਸੀਂ ਦੇ ਨਹੀਂ ਸਕਦੇ, ਸਾਡਾ ਖਜ਼ਾਨਾ ਖਾਲੀ ਹੈ। ਫੇਰ ਖਬਰ ਆ ਗਈ ਕਿ ਲਓ ਜੀ ਅਸੀਂ ਤਾਂ ਸਾਰਿਆਂ ਨੂੰ ਦੇ ਰਹੇ ਹਾਂ, ਕਿਸੇ ਕੋਈ 1 ਕਿਲੋਵਾਟ ਦੀ ਨਹੀਂ ਹੈਗੀ। ਹੁਣ ਫੇਰ ਉੱਥੇ ਜਾ ਕੇ ਤੁਸੀਂ ਉਹਨਾਂ ਨੇ ਕਹਿਣਾ ਭਗਵੰਤ ਮਾਨ ਜੀ ਕਰਦੇ ਕੀ ਆ ਤੁਸੀਂ? ਤੁਹਾਨੂੰ ਪਤਾ ਹੈ ਸਾਡੇ ਕੋਲ ਕੋਈ ਪੈਸਾ ਨਹੀਂ, ਅਸੀਂ ਤਾਂ ਪਹਿਲਾਂ ਕਰਜ਼ੇ 'ਚ ਡੁੱਬਣ ਵਾਲੇ ਪਏ ਆ। 7,000 ਕਰੋੜ ਰੁਪਇਆ ਪਹਿਲਾਂ ਦੇਣਾ PSPCL ਦਾ, ਤੇ ਗਾਂ ਸਾਡੇ ਕੋਲ ਪੈਸਾ ਨਹੀਂ। 15,000 16,000 ਕਰੋੜ ਦੀ ਸਬਸਿਡੀ ਹੋਰ ਦੇ ਦਿੱਤੀ ਹੈ। ਬੈਂਕਾਂ ਨੇ ਤੁਹਾਨੂੰ ਕਰਜ਼ੇ ਨਹੀਂ ਦੇਣੇ, ਤੁਸੀਂ ਸਾਨੂੰ ਜਾਣੀ ਅਸੀਂ ਸਾਡਾ ਵੈਸੇ ਹੀ ਰਿਜ਼ਾਈਨ ਲੈ ਲਓ, ਅਸੀਂ ਘਰੇ ਚਲੇ ਜਾਂਦੇ ਹਾਂ ਜੇ ਇਹੋ ਜਿਹੇ ਕੰਮ ਕਰਨੇ। ਉਹਨਾਂ ਨੇ ਕਿਹਾ ਦੱਸੋ ਫਿਰ ਕੀ ਕਰੀਏ? ਮੈਂ ਅੰਦਾਜ਼ਾ ਲਾ ਰਿਹਾ। ਉਹਨਾਂ ਨੇ ਕਿਹਾ ਵੀ ਦੇਖੋ ਜੀ ਜਿਹੜੇ ਜਨਰਲ ਕੈਟੇਗਰੀ ਆ ਉਹਦਾ BPL ਵਿੱਚ ਪਾਓ ਕਿ ਅਸੀਂ ਬਿਲੋ ਪਾਵਰਟੀ ਲਾਈਨ ਵਾਲਿਆਂ ਨੂੰ ਦਿਆਂਗੇ, ਪਰ ਦੂਜੇ ਪਾਸੇ 1 ਕਿਲੋਵਾਟ ਦੀ ਜਿਹੜੀ ਲਿਮਿਟ ਆ ਉਹ ਅਸੀਂ ਛੱਡ ਦਿੱਤੀ ਆ। ਹੁਣ ਮੈਨੂੰ ਤੇ ਐਂ ਲੱਗਦਾ ਜਿਹੜੀ ਚੀਜ਼ ਨੂੰ ਤੁਸੀਂ 4 ਵਾਰੀ ਬਦਲ ਦੋਗੇ
फैसलिਆਂ ਨੂੰ, ਉਹ ਵੀ 4 ਮਹੀਨਿਆਂ ਦੇ ਅੰਦਰ ਅੰਦਰ, ਤਾਂ ਫੇਰ ਸਮਝ ਲਓ ਕਿ ਉੱਥੇ ਉਹਨਾਂ ਫੈਸਲਿਆਂ ਦੀ ਕੋਈ ਸੈਂਕਟਿਟੀ, ਪਵਿੱਤਰਤਾ, ਉਹਦੀ ਕੋਈ ਲੋਕਾਂ ਦੇ ਵਿੱਚ ਕਿ ਉਹ ਲੋਕ ਉਹਨੂੰ ਮੰਨ ਕੇ ਚੱਲਣ, ਉਹ ਲੋਕਾਂ ਦੀ ਹਿੰਮਤ ਨਹੀਂ ਪੈਂਦੀ। ਉਹਨੂੰ ਲੱਗਦਾ ਯਾਰ ਅੱਜ ਫੈਸਲਾ ਕਰਤਾ, ਕੱਲ ਪਤਾ ਨਹੀਂ ਵਾਪਸ ਲੈ ਲੈਣਾ, ਪਰਸੋਂ ਫੇਰ ਕਰ ਦੇਣਾ, ਇਹ ਤੇ ਮਰ ਜੋ ਚਿੜੀਏ ਜੀ ਜੋ ਚਿੜੀਏ, ਮਰ ਜੋ ਚਿੜੀਏ ਜੀ ਪੋ ਚਿੜੀਓ, ਇਹੋ ਜਿਹੀ ਸਰਕਾਰ ਹੈਗੀ ਆ। ਇਹਨੂੰ ਯੂ ਟਰਨ ਨਾ ਕਹੋ, ਮੈਨੂੰ ਲੱਗਦਾ ਯੂ ਟਰਨ ਇਹ ਹੁੰਦਾ ਕਿ ਇੱਕ ਤਕੜਾ ਫੈਸਲਾ ਲਿਆ ਸੀ, ਮੁੜ ਕੇ ਸੋਚ ਸਮਝ ਕੇ ਪੁੱਠੇ ਪਾਸੇ ਨੂੰ ਲੈ ਲਿਆ। ਇਹ ਯੂ ਟਰਨ ਤੇ ਚਲੋ ਹੈ ਹੀ, ਮੈਂ ਤਾਂ ਕਹਿੰਦਾ ਉਹਦੇ ਨਾਲੋਂ ਵੀ ਜ਼ਿਆਦਾ ਬਚਗਨਾ ਹੈ, ਬਚਗਾਨਾ ਹੈ ਬਹੁਤ ਜ਼ਿਆਦਾ। ਸਰਕਾਰਾਂ ਨਹੀਂ ਇੰਝ ਚੱਲਦੀਆਂ, ਸਰਕਾਰ ਇੱਕ ਕਲੈਕਟਿਵ ਓਪੀਨੀਅਨ ਹੁੰਦੀ ਆ। ਇਹ ਮਰਜ਼ੀ ਇਹ ਕਿਸੇ ਦੀ ਨਿੱਜੀ ਜਾਇਦਾਦ ਆ, ਇਹ ਕੋਈ ਰਾਜਿਆਂ ਦਾ ਰਾਜ ਆ ਕਿ ਜਿੱਥੋਂ ਮਰਜ਼ੀ ਜਦੋਂ ਮਰਜ਼ੀ, ਉਹ ਕਾਨੂੰਨ ਦੇ ਤੁਹਾਡੇ ਕੋਲ ਐਡੀ ਵੱਡੀ ਬਿਊਰੋਕ੍ਰੇਸੀ ਆ, ਐਡੇ ਵੱਡੇ ਐਕਸਪਰਟ ਹੈਗੇ ਆ। ਰਾਘਵ ਚੱਡਾ ਵੀ ਹਾਲ ਦੀ ਘੜੀ ਤੁਹਾਡੇ ਕੋਲ ਆ, ਤੁਸੀਂ ਉਹਨੂੰ ਪੁੱਛਦੇ ਨਹੀਂ ਕਿ ਉਹ ਵੀ ਨਾਲ ਹੀ ਵਿੱਚ ਕਹਿ ਦਿੰਦਾ ਵੀ ਹਾਂ ਕਰ ਦਿਓ ਕਰ ਦਿਓ। ਇਸ ਲਈ ਤੁਹਾਡੇ ਕੋਲ ਜਦੋਂ ਇੰਨੀ, ਕੇਜਰੀਵਾਲ ਹੈਗਾ ਇੰਨਾ ਚੁਸਤ ਇੰਟੈਲੀਜੈਂਟ ਬੰਦਾ ਹੈਗਾ, ਇਹ ਸਾਰਿਆਂ ਨੂੰ ਤੁਸੀਂ ਚੱਲਦੇ ਹੋਗੇ, ਜ਼ਰੂਰ ਉਹਨਾਂ ਤੋਂ ਐਡਵਾਈਸ ਲੈਂਦੇ ਹੋਗੇ, ਤੇ ਫਿਰ ਕੀ ਖੇ ਉੱਡ ਰਹੀ ਆ ਰੋਜ਼। ਤੁਸੀਂ ਮੇਰਾ ਖਿਆਲ ਆਪਾਂ ਬਾਰ-ਬਾਰ ਜੋ ਕਰਦੇ ਹਾਂ ਕਿ ਤੁਸੀਂ ਬੈਠ ਕੇ ਠੰਡੇ ਮਨ ਦੇ ਨਾਲ ਮੁੱਢੋਂ ਛੁੱਡੋਂ ਕੰਮ ਆਪਣਾ ਆਪਣੇ ਢੰਗ ਨਾਲ ਸ਼ੁਰੂ ਕਰੋ। ਬਾਹਰਲਿਆਂ ਨੂੰ ਕਹੋ ਵੀ ਮਾਫੀ ਕਰੋ, ਸਾਨੂੰ ਨਹੀਂ ਤੁਹਾਡੀ ਦਵਾਈ ਪੁੱਗਦੀ, ਸਾਡੇ ਤੇ ਉਲਟਾ ਖਿੱਲੀ ਉੱਡ ਰਹੀ ਆ, ਲੋਕ ਸਾਡੇ ਤੇ ਭਰੋਸਾ ਉੱਡ ਜਾਊਗਾ। ਹੁਣ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਇਹ ਦੱਸ ਦਿਆਂ ਪੰਜਾਬ ਸਰਕਾਰ ਬਾਰੇ ਓਪੀਨੀਅਨ ਕੀ ਬਣ ਰਹੀ ਹੈ। ਯੂ ਟਰਨ ਵਾਲੀ ਤੇ ਹੈ ਹੀ, ਫੋਕੀ ਸ਼ੋਹਰਤ ਵਾਲੀ ਵੀ ਲੱਗਦੀ ਹੈ, ਰੌਲੇ ਰੱਪੇ ਵਾਲੀ ਲੱਗਦੀ ਹੈ, ਤੇ ਇਹ ਲੱਗਦੀ ਹੈ ਇਹ ਲੋਕ ਕਹਿਣਾ ਸ਼ੁਰੂ ਕਰਦੇ ਵੀ 5 ਸਾਲ ਤੇ ਬਹੁਤ ਦੂਰ ਆ ਭਾਈ, ਇਹ ਕਦੋਂ ਪਹੁੰਚਣਗੇ, ਇਹ ਤੇ ਕੋਹ ਨਾ ਚੱਲੀ ਬਾਬਾ ਤੇ ਆਈ, ਇਹ ਤੇ ਹੁਣੇ ਹੀ ਇੰਨਾ ਇਹਨਾਂ ਦੀ ਬੈਂ ਬੈਂ ਬੋਲੀ ਜਾਂਦੀ ਆ। ਇੱਕ ਫੈਸਲਾ ਕਰਦੇ ਆ, ਨਲਾਇਕ ਬੱਚੇ ਵਾਂਗੂ ਇੱਕ ਕਿਤਾਬ ਪੜ੍ਹਦੇ ਦੂਜੀ ਰੱਖਦੇ, ਦੂਜੀ ਪੜ੍ਹਦੇ ਤੀਜੀ ਰੱਖ, ਵੀ ਜਾਣੀ ਤਿਆਰੀ ਨਹੀਂ ਹੋ ਰਹੀ ਇਹਦੀ, ਜਿਵੇਂ ਇਹ ਜਿਨ੍ਹਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਹੁਣ ਐਡਵਾਈਜ਼ਰੀ ਕਮੇਟੀ ਸਰਕਾਰ ਚਲਾਊਗੀ, ਇਹੋ ਜਿਹੇ ਸ਼ੱਕ ਆਪ ਹੀ ਲੋਕਾਂ ਦੇ ਵਿੱਚ ਖੜੇ ਕੀਤੇ ਜਾ ਰਹੇ ਆ। ਮੇਰਾ ਖਿਆਲ ਕਿ ਇਹਨਾਂ ਨੂੰ ਇੱਕ ਸੀਰੀਅਸ, ਇਮਾਨਦਾਰੀ ਦੀ ਕੋਈ ਗੱਲ ਨਹੀਂ ਆ, ਉਹ ਤੇ ਕੋਈ ਇਹੋ ਜਿਹੀ ਗੱਲ ਨਹੀਂ, ਸਿੰਗਲੇ ਤੋਂ ਇਲਾਵਾ ਬਾਕੀ ਸਾਰੇ ਇਮਾਨਦਾਰੀ ਜਦ ਤੱਕ ਫੜਿਆ ਨਹੀਂ ਜਾਂਦਾ। ਪਰ ਬਾਕੀ ਜਿਹੜੀ ਸੀਰੀਅਸ ਸਰਕਾਰ ਕਿ ਇਹ ਵਾਕਿਆ ਹੀ ਪੰਜਾਬ ਦੇ ਵਰਗੇ ਤੱਤੇ ਸੂਬੇ ਨੂੰ, ਉਹਨਾਂ ਦੇ ਲੋਕਾਂ ਨੂੰ ਸੈਟੀਸਫਾਈ ਨਹੀਂ ਕਰੂਗੀ, ਉਹਨਾਂ ਨੂੰ ਵਧੀਆ ਢੰਗ ਦੇ ਨਾਲ ਨਿਜ਼ਾਮ ਦਊਗੀ, ਗਵਰਨੈਂਸ ਦਊਗੀ, ਉਸ ਕਿਸਮ ਦਾ ਭਰੋਸਾ ਜਿਹੜਾ ਲੋਕਾਂ ਦਾ ਹਾਲ ਦੀ ਘੜੀ ਤੇ ਬੜਾ ਡਾਵਾਡੋਲ ਰਿਹਾ, ਉਹਨੂੰ ਬਣਾਉਣ ਲਈ, ਅੱਗੇ ਦੁਬਾਰਾ ਮਜ਼ਬੂਤ ਕਰਨ ਲਈ ਜਿਹੜੇ ਸ਼ੱਕ ਸ਼ੁਬਾ ਖੜੇ ਹੋਏ ਆ, ਉਹ ਕੀ ਕਰਦੇ ਆ, ਇਹ ਅਗਲੇ ਕਦਮਾਂ 'ਚ ਤੁਹਾਨੂੰ ਮਹੀਨਿਆਂ 'ਚ ਹੀ ਕੁਝ ਪਤਾ ਲੱਗ ਜਾਊਗਾ। ਮੇਰਾ ਖਿਆਲ ਹੈ ਕਿ ਉਦੋਂ ਤੱਕ ਸਾਨੂੰ ਹੋਰ ਵੇਟ ਕਰਨਾ ਚਾਹੀਦਾ। ਕਹਿੰਦੇ ਸਰਕਾਰ ਦੇ ਇਹੋ ਜਿਹੇ ਫੈਸਲਿਆਂ ਨੇ ਜਿਹੜਾ ਉਹ ਲੋਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਦੇਣਾ ਹੈ ਕਿ ਇਦੋਂ ਚੰਗਾ ਤਾਂ ਅਕਾਲੀਆਂ ਦੀ ਸਰਕਾਰ ਸੀ, ਜਾਂ ਇਦੋਂ ਚੰਗੇ ਤਾਂ ਕੈਪਟਨ ਸਾਹਿਬ ਦੀ ਸਰਕਾਰ ਸੀ, ਘੱਟੋ ਘੱਟ ਦੱਬਦੇ ਤਾਂ ਨਹੀਂ ਸੀ। ਮੈਂ ਭਿੰਡਰਾਂ ਵਾਲਿਆਂ ਦੇ ਜਿਹੜੇ ਪੋਸਟਰਾਂ ਦੀ ਗੱਲ ਹੈ, ਤਸਵੀਰਾਂ ਉਹਨਾਂ ਦੀਆਂ, ਜਾਂ ਜਿਹੜੇ ਜੁਝਾਰੂ ਸਿੱਖਾਂ ਦੀਆਂ ਤਸਵੀਰਾਂ ਬੱਸਾਂ 'ਚ ਲੱਗਣ ਵਾਲੀ ਗੱਲ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਸਰਕਾਰ ਨੇ ਉਹ ਫੈਸਲਾ ਵਾਪਸ ਲੈ ਲਿਆ ਕਿ ਹੁਣ ਤਸਵੀਰਾਂ ਲੱਗਣਗੀਆਂ। ਹੁਣ ਉਹ ਕਹਿੰਦੇ ਕਿ ਨਹੀਂ, ਇੱਕ ਨਵੇਂ ਤਰੀਕੇ ਦਾ ਫੈਸਲਾ ਹੋਰ ਆ ਗਿਆ ਕਿ ਇਹਦੇ ਵਿੱਚ ਅਸੀਂ ਤਾਂ ਇਸ ਢੰਗ ਨਾਲ ਨਹੀਂ ਸੀ ਕਿਹਾ, ਮਨਜ਼ੂਰੀ ਲੈਣੀ ਪੈਣੀ ਹੈ। ਇਹਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਕਿ ਮਤਲਬ ਕਿ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਕਿ 10 ਤੁਸੀਂ ਹਟਾਓਗੇ ਤੇ 100 ਤਸਵੀਰਾਂ ਲੱਗਣਗੀਆਂ। ਇੱਕ ਤਰੀਕੇ ਨਾਲ ਮਹਿਸੂਸ ਕੀਤਾ ਜਾ ਰਿਹਾ ਕਿ ਅਕਾਲੀਆਂ ਦੇ ਰਾਜ 'ਚ ਕਦੇ ਭਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਇਸ ਤਰੀਕੇ ਦਾ ਰੌਲਾ ਨਹੀਂ ਸੀ ਪਿਆ। ਲੋਕ ਆਪਣੇ ਘਰਾਂ 'ਚ ਵੀ ਲਾਉਂਦੇ ਨੇ, ਆਪਣੇ ਵਾਹੀਕਲਾਂ ਤੇ ਲਾਉਂਦੇ ਨੇ, ਪਰ ਜੇ ਇਸ ਸਰਕਾਰ ਵਿੱਚ ਪੈਂਦਾ ਤਾਂ ਸਿੱਖ ਕਿਤੇ ਨਾ ਕਿਤੇ ਠੱਗੇ ਮਹਿਸੂਸ ਕਰਦੇ ਨੇ। ਦੇਖ ਸੁਖਿੰਦਰ, ਲੋਕਾਂ ਨੇ ਇਹਨਾਂ ਨੂੰ ਪਤਾ ਕੀ ਕਹਿਣ ਲੱਗ ਜਾਣਾ, ਫੁੱਟਬਾਲ ਸਰਕਾਰ। ਫੁੱਟਬਾਲ ਦਾ ਕੀ ਹੁੰਦਾ, ਇੱਕ ਟੀਮ ਨੇ ਕਿੱਕ ਮਾਰੀ ਤੇ ਦੂਜੇ ਪਾਸੇ ਚਲਾ ਗਿਆ, ਦੂਜੇ ਨੇ ਕਿੱਕ ਮਾਰੀ ਤੇ ਫਿਰ ਇੱਧਰ ਆ ਗਿਆ। ਉਹਦੀ ਆਪਣੀ ਕੋਈ ਟਿਕਾਓ ਤੇ ਹੋਂਦ ਤੇ ਉਹ ਨਹੀਂ ਹੁੰਦੀ ਫੁੱਟਬਾਲ ਦੀ, ਜਿਹੜਾ ਜਿੱਧਰ ਨੂੰ ਮਾਰਿਆ ਉਧਰ ਨੂੰ ਲੈ ਗਿਆ। ਹੁਣ ਹਾਲਤ ਇਹੀ ਹੈ ਸੀ ਉੱਥੇ ਮੱਤੇਵਾੜੇ 'ਚ ਲੋਕਾਂ ਨੇ ਰਲ ਕੇ PAC ਵਾਲੇ ਜਿਹੜੇ ਉਹਨਾਂ ਨੇ ਪੈਕ ਬਣਾਈ ਸੀਗੀ, ਹੈ ਨਾ, ਪਬਲਿਕ ਕੋਈ ਉਹਦਾ ਨਾਂ ਸੀਗਾ, ਮੈਨੂੰ ਹੁਣ ਚੇਤਾ ਭੁੱਲ ਗਿਆ। ਹਾਂਜੀ, ਉਹ ਜਿਹੜੀ ਬਣਾਈ ਉਹਦੇ ਤੇ ਦਬਾ ਥੱਲੇ ਇੱਕੋ ਹੀ ਝਟਕਾ ਮਾਰਿਆ, ਹੋ ਗਏ, ਇੱਕ ਵੱਜੀ ਤੇ ਪਹੁੰਚ ਕੇ ਗੋਲ ਦੇ ਨੇੜੇ, ਗੋਲ ਹੋ ਗਿਆ। ਫਿਰ ਉਧਰੋਂ ਦਲ ਖਾਲਸਾ ਜਾਂ ਹੋਰ ਜਿਹੜੇ ਸਿੱਖ ਸੀ ਜਿਨ੍ਹਾਂ ਨੂੰ ਦੁੱਖ ਲੱਗਾ ਵੀ ਸਾਡੇ ਉਹ ਹਰਮਨ ਪਿਆਰੇ ਸੀਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਮਾਰੀ, ਉਹ ਤੇ ਛੋਟੀ ਟੀਮ ਹੀ ਸੀਗੀ, ਕਿੱਕ ਜ਼ੋਰ ਦੀ ਮਾਰੀ, ਉਹ ਵੀ ਗੋਲ ਕਰ ਗਏ। ਹੁਣ ਇਧਰੋਂ ਕੇਜਰੀਵਾਲ ਨੇ ਜਾਂ ਹੋਰ ਕਿਸੇ ਨੇ ਕਿੱਕ ਮਾਰਤੀ ਹੋਣੀ ਆ, ਜਾਂ ਕਿਸੇ ਇੰਟੈਲੀਜੈਂਸ ਏਜੰਸੀ ਨੇ ਮਾਰਤੀ ਹੋਣੀ ਆ, ਦਿੱਲੀੋਂ ਅਮਿਤ ਸ਼ਾਹ ਦੇ ਫੋਨ ਆ ਗਿਆ ਹੋਣਾ ਵੀ ਹੈਗੇ ਤੇ ਅਸੀਂ ਭਾਵੇਂ ਸਰਕਾਰ ਸਾਡੀ ਦੀ ਵੀ ਕਿੱਕ ਬੜੀ ਤਗੜੀ ਆ,
ਇਹ ਉਹ ਗਧੇ ਦੇ ਪਛੰਡੇ ਵਾਂਗੂ ਲੱਗੂਗੀ ਤੇ ਦੇਖਿਓ ਫਿਰ ਬਚਣਾ ਨਹੀਂ ਹੈ, ਹਵਾ ਚ ਉੱਡਦੇ ਨਜ਼ਰ ਆਓਗੇ। ਫਿਰ ਉਹਨਾਂ ਨੇ ਵਾਪਸ ਪਾ ਲੈਂਦੇ ਆ, ਇਹ ਕਿੱਕਾਂ ਹੀ ਖਾ ਖਾ ਕੇ ਕਦੀ ਫੁੱਟਬਾਲ ਵਾਂਗੂ ਉੱਧਰ ਜਾਂਦੇ ਆ, ਕਦੀ ਉੱਧਰ ਜਾਂਦੇ ਆ। ਬਹੁਤ ਮਾੜੀ ਗੱਲ ਆ, ਤਾਂ ਹੀ ਤੇ ਲੋਕਾਂ ਦਾ ਭਰੋਸਾ ਨਹੀਂ ਨਾ ਬਣਦਾ। ਮੈਸੀ ਹੋਰ ਵਾਰਨਿੰਗ ਕੀ ਦੇ ਰਹੇ, ਇਹੀ ਵਾਰਨਿੰਗ ਦੇ ਰਹੇ ਸਾਰੇ ਇਸ ਐਪੀਸੋਡ ਦੇ ਵਿੱਚ ਵੀ ਇੰਜ ਨਾ ਕਰੋ। ਉਦੋਂ ਜਦੋਂ ਦਲ ਖਾਲਸਾ ਵਾਲਿਆਂ ਨੇ ਕਿਹਾ ਤੇ ਉਹਦਾ ਇਹ ਰਿਜ਼ਲਟ ਨਿਕਲਿਆ ਕਿ ਇਹਨਾਂ ਨੇ ਛੇਤੀ ਛੇਤੀ ਕਹਿਤਾ ਨਹੀਂ 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 ਜੇ ਲਾਉਣਾ ਤੇ ਲਾ ਲਓ। ਫਿਰ ਕੀ ਆ, ਤੁਸੀਂ ਆਪਣੇ ਹੀ ਬੰਦੇ ਆ, ਆਪਣੀਆਂ ਹੀ ਗੱਡੀਆਂ, ਆਪਣੀਆਂ ਹੀ ਬੱਸਾਂ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਸਰਕਾਰੀ ਬੱਸਾਂ, ਸਰਕਾਰ ਲੋਕਾਂ ਦੀ ਆ ਤੇ ਤੁਸੀਂ ਸਾਡੇ ਆ, ਇਸ ਕਰਕੇ ਲੱਗ ਗਈ। ਤੇ ਫਿਰ ਕੀ ਆ, ਹੁਣ ਜਦੋਂ ਦੂਜੇ ਪਾਸੇ ਅੱਛਾ ਹੁਣ ਤੁਸੀਂ ਖਾੜਕੂਵਾਦ ਫੈਲਾਓਗੇ ਸਰਕਾਰੀ ਬੱਸਾਂ 'ਚ, ਜ਼ਿੰਮੇਵਾਰੀ ਕਿਹਦੀ ਹੈ? ਤੇਰੀ ਹੈ ਭਗਵੰਤ ਮਾਨ, ਇਹਨੂੰ ਵਾਪਸ ਲੈ। ਫਿਰ ਉਹਨੇ ਵਿੱਚ ਵਿਚਾਲੇ ਦਾ ਰਾਹ ਕੱਢਿਆ, ਭਈ ਲਾ ਤੇ ਲਿਓ, ਸਾਨੂੰ ਬਿਨਾਂ ਪੁੱਛਿਆ ਨਾ ਲਾਇਓ। ਤੇ ਬਿਨਾਂ ਕਿਹੜਾ, ਜੇ ਤੁਸੀਂ ਨਹੀਂ ਖਲੋ ਸਕਦੇ ਦੂਜਿਆਂ ਦੇ ਦਬਾਅ ਥੱਲੇ, ਤੇ ਜਿਹੜਾ ਇੱਕ ਮਹਿਕਮਾ ਆ ਪੰਜਾਬ ਰੋਡਵੇਜ਼ ਦਾ, ਉਹਦਾ ਜੋ ਵੀ ਹੈੱਡ ਹੋਊਗਾ ਜਾਂ ਉਹਦਾ ਸੈਕਟਰੀ ਹੋਊਗਾ, ਉਹ ਆਪਣੇ ਸਿਰ ਤੇ ਇੰਨੀ ਜ਼ਿੰਮੇਵਾਰੀ ਲੈ ਲਓ ਵੀ ਹਾਂ ਕਹੂਗਾ ਕਿ ਭਿੰਡਰਾਂ ਵਾਲੇ ਦੀ ਫੋਟੋ ਜੇ ਛੋਟੀ ਹੈ ਤੇ ਮੈਂ ਵੱਡੀ ਭੇਜਾਂ, ਵੀ ਅੱਗੇ ਵੀ ਲਾਓ ਤੇ ਪਿੱਛੇ ਵੀ ਲਾਓ, ਇੰਜ ਕਹੂਗੇ ਉਹ। ਇਹ ਗੱਲਾਂ ਐਵੇਂ ਹਾਸੋ ਹੀ ਹੋਈਆਂ ਗੱਲਾਂ। ਹੁਣ ਉਹਨਾਂ ਨੇ ਇਸ ਤਰੀਕੇ ਦਾ ਇੱਕ ਵਾਇਆ ਮੀਡੀਆ ਕੱਢਿਆ, ਲੋਕਾਂ ਨੇ ਲਾਈ ਜਾਣੀ ਆ। ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਸ਼ਕਤੀ ਬੜੀ ਵੱਡੀ ਹੈ, ਸਰਕਾਰ ਲਾਈ ਹੋਈ ਫੋਟੋ ਨਹੀਂ ਲਾਊਗੀ। ਮੈਂ ਤੁਹਾਨੂੰ ਅੱਜ ਕਹਿਣਾ ਜ਼ਰੂਰਤ ਨਹੀਂ ਹੈਗੀ, ਕਿਉਂਕਿ ਉਹ ਇੱਕ ਵਾਰੀ ਮੰਨ ਚੁੱਕੇ ਆ। ਫਿਰ ਲੋਕਾਂ ਨੇ ਜਦੋਂ ਇੱਕ ਵਾਰੀ ਮਨਾ ਲਿਆ ਤੇ ਫਿਰ ਦੁਬਾਰਾ ਉਹਨਾਂ ਨੂੰ ਹਟਾਉਣਾ ਬਹੁਤ ਔਖਾ ਹੁੰਦਾ। ਉੱਥੇ ਦੇਖੋ ਕਾਨੂੰਨ ਕੀ ਹੁੰਦਾ, ਕਾਨੂੰਨ ਹੁੰਦਾ ਜਦ ਤੱਕ ਲੋਕੀ ਉਹਨੂੰ ਮੰਨਦੇ ਆ। ਜੇ ਕਹਿਣ ਵੀ ਯਾਰ ਛੱਡੋ ਪਰਾਂ, ਇਹ ਕਿਹੜਾ ਆ, ਇਹ ਕੋਈ ਕਾਨੂੰਨ ਆ, ਅਸੀਂ ਨਹੀਂ ਮੰਨਦੇ, ਕੀ ਕਰੋਗੇ? ਲੋਕਾਂ ਦੇ ਬਾਗੀ ਹੋ ਜਾਣਗੇ, ਅਨਾਰਕੀ ਫੈਲ ਜੂਗੀ। ਤੁਸੀਂ ਇਹੋ ਜਿਹੀ ਅਨਾਰਕਿਕ ਸਿਚੁਏਸ਼ਨ ਪੰਜਾਬ ਦੇ ਵਿੱਚ ਨਾ ਬਣਾਈ ਜਾਓ। ਭਰਮ ਭਾਅ ਜਿਹਾ ਲੋਕਾਂ ਦੇ ਵਿੱਚ ਹੁੰਦਾ ਵੀ ਹਾਂ ਸਰਕਾਰ ਬਹੁਤ ਵੱਡੀ ਚੀਜ਼ ਹੁੰਦੀ ਆ, ਬਹੁਤ ਤਕੜੀ ਚੀਜ਼ ਹੁੰਦੀ ਆ। ਲੈ ਵੀ ਸਰਕਾਰ ਦੇ ਹੱਥ ਬੜੇ ਲੰਮੇ ਆ, ਕਾਨੂੰਨ ਤੇ ਹੱਥ ਤੇ ਉਦੋਂ ਵੀ ਲੰਮੇ ਆ, ਤੇ ਇਸ ਲਈ ਡਰ ਕੇ ਰਹੋ। ਉਹ ਦਿਨ ਬਦਿਨ ਹਾਲਤ ਇਹ ਹੋ ਰਹੀ ਹੈ ਕਿ ਜਿਵੇਂ ਜਿਵੇਂ ਸਰਕਾਰ ਦੀ ਖਿੱਲੀ ਤੇ ਕਮਜ਼ੋਰੀ, ਖਿੱਲੀ ਉੱਡ ਰਹੀ ਹੈ ਤੇ ਕਮਜ਼ੋਰੀ ਦਿਖ ਰਹੀ ਲੋਕਾਂ ਨੂੰ, ਉਵੇਂ ਉਵੇਂ ਕਾਨੂੰਨ ਦਾ ਭਰਮ ਭਾਅ ਜਿਹਾ ਉੱਠਦਾ ਜਾਣਾ ਤੇ ਇੱਥੇ ਗੈਂਗਸਟਰਾਂ ਨੇ ਰਾਜ ਕਰਨਾ। ਇਹ ਹੋ ਸਕਦਾ ਕਿ ਲੋਕਾਂ ਦੇ ਵਿੱਚ, ਹੋਰ ਆਮ ਲੋਕਾਂ ਦਾ ਉਧਰ ਨੂੰ ਜ਼ਿਆਦਾ ਰੌਲਾ ਪਿਆ ਰਵੇ ਤੇ ਲੋਕ ਚੰਡੀਗੜ੍ਹ ਵੱਲ ਵੇਖਣਾ ਹੀ ਬੰਦ ਕਰ ਦੇਣ। ਇਹ ਨਾ ਹਾਲਤ ਬਣ ਜੇ, ਇਸ ਨੂੰ ਹੁਣੇ ਹੀ ਵੇਲੇ ਸਿਰ ਬਚਾਉਣ ਦੀ ਲੋੜ ਹੈਗੀ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਮੇਰੇ ਨਾਲ ਮੌਜੂਦ ਸਨ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਅਖੀਰ 'ਚ ਇਹੀ ਕਵਾਂਗੇ ਕਿ ਸਰਕਾਰਾਂ ਚਾਹੁੰਦੀਆਂ ਹੈ ਕਿ ਲੋਕ ਸਾਡੀ ਸਿਫਤ ਕਰਨ, ਅਸੀਂ ਵੀ ਸਰਕਾਰ ਦੀ ਸਿਫਤ ਕਰਨ ਲਈ ਤਿਆਰ ਆ, ਪਰ ਜੇ ਕੋਈ ਚੰਗਾ ਫੈਸਲਾ ਹੋਏਗਾ, ਵੈਸੇ ਵੀ ਸਾਡੀ ਲੋੜ ਵੀ ਨਹੀਂ ਪੈਣੀ ਉੱਥੇ, ਕਿਉਂਕਿ ਲੋਕਾਂ ਨੇ ਆਪੇ ਕਹਿਣਾ ਕਿ ਸਰਕਾਰ ਤਾਂ ਚੰਗੇ ਫੈਸਲੇ ਲੈ ਰਹੀ ਹੈ। ਤੇ ਜੇ ਰੋਜ਼-ਰੋਜ਼ ਫੈਸਲੇ ਲੈ ਕੇ ਮੁੜ ਉਹਨਾਂ ਤੋਂ ਫਿਰ ਮੁੜਨਾ ਪੈ ਜੇ, ਤਾਂ ਫਿਰ ਸਵਾਲ ਤਾਂ ਉੱਠਦੇ ਨੇ ਕਿ ਸਰਕਾਰ ਚਲਾ ਕੌਣ ਰਿਹਾ, ਕਿ ਸਰਕਾਰ ਪੰਜਾਬ ਦੇ ਕਾਬਿਲ ਹੈ ਵੀ ਜਾਂ ਨਹੀਂ। ਜਿਹੜੇ ਸਰਕਾਰ ਦੇ ਧਿਰ 'ਚ ਬੈਠੇ ਨੇ, ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਸ਼ਾਇਦ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਮਿਲ ਜਾਣਗੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।